ਵਿੱਚ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਸੁਖਪਾਲ ਸਿੰਘ ਹੋਰਿਆਂ ਦਾ ਕਿਉਂਕਿ ਸਾਰੀਆਂ ਗੱਲਾਂ ਬਾਤਾਂ ਟੀਵੀ ਤੇ ਨਹੀਂ ਕੀਤੀਆਂ ਜਾ ਸਕਦੀਆਂ ਸੀ, ਔਰ ਅੱਜ ਸਾਡੀ ਪੰਜਾਬੀ ਬ੍ਰੌਡਕਾਸਟ ਐਸੋਸੀਏਸ਼ਨ ਦੇ ਨਾਲ ਮੀਟਿੰਗ ਸੀ, ਕਾਫੀ ਲੰਬਾ ਸਮਾਂ ਉਦੋਂ ਸਾਡੇ ਨਾਲ ਰਹੇ, ਫਿਰ ਨਗਾਰਾ ਰੇਡੀਓ ਦੇ ਉੱਪਰ ਦਿਨੇ ਇੰਟਰਵਿਊ ਹੋਈ ਸੀ, ਹੁਣ ਗੱਲਬਾਤ ਹੋਈ ਆ। ਔਰ ਜੇ ਤੁਸੀਂ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ, ਕੱਲ੍ਹ ਨੂੰ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਦੁਪਹਿਰੇ 1 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਇਹਨਾਂ ਨੇ ਬੋਲਣਾ। ਤੁਸੀਂ ਉੱਥੇ ਪਹੁੰਚ ਸਕਦੇ ਹੋ। ਜੇ ਕੱਲ੍ਹ ਨੂੰ ਦਾ ਨਾ ਲੱਗੇ ਤੇ ਵੁੱਡਬਾਈਨ ਬੈਂਕੁਏਟ ਹਾਲ ਦੇ ਵਿੱਚ ਐਤਵਾਰ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਦਾ ਸਮਾਗਮ ਰੱਖਿਆ। ਤੁਸੀਂ ਉੱਥੇ ਜਾ ਕੇ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਮਿਲ ਸਕਦੇ ਹੋ। ਕਾਫੀ ਖੁੱਲ੍ਹੀਆਂ ਗੱਲਾਂ ਬਾਤਾਂ ਕਰਕੇ ਗਏ ਨੇ ਔਰ ਕਾਫੀ ਇਮਾਨਦਾਰ ਮੰਨੇ ਜਾਂਦੇ ਨੇ ਔਰ ਬੜੀ ਬੇਬਾਕੀ ਦੇ ਨਾਲ ਗੱਲ ਕਰਦੇ ਨੇ। ਇਹ ਉਹਨਾਂ ਬਾਰੇ ਪਰਸੈਪਸ਼ਨ ਹੈ। ਸੋ ਹੁਣ ਆਪਾਂ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਹਾਂ। ਸੋ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਫਲਾਇੰਗ ਫੈਸ਼ਨ ਦੇ ਸਹਿਯੋਗ ਦੇ ਨਾਲ। ਫਲਾਇੰਗ ਫੈਸ਼ਨ ਜਿਹੜਾ ਕਿ ਮੋਲਟਨ ਦੇ ਵਿੱਚ ਹੈ, ਔਰ ਮੋਲਟਨ ਦੇ ਵਿੱਚ ਜਾ ਕੇ ਤੁਸੀਂ ਕੱਪੜਾ ਖਰੀਦ ਸਕਦੇ ਹੋ ਔਰ ਇਸ ਸੇਲ ਦਾ ਫਾਇਦਾ ਉਠਾ ਸਕਦੇ ਹੋ। ਇਸ ਵੇਲੇ ਮੇਰੇ ਨਾਲ ਸਾਡੇ ਸਿੱਖ ਕੌਮ ਦੇ ਮਹਾਨ ਹਿਸਟੋਰੀਅਨ ਨੇ ਡਾਕਟਰ ਦੁਰਗੀਰ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਮਿਹਰਬਾਨੀ ਜੀ। ਔਰ ਨਾਲ ਗੁਰਚਰਨ ਸਿੰਘ ਜੂਨਵਾਲਾ ਵੀ ਸਾਡੇ ਨਾਲ ਹਾਜ਼ਰ ਨੇ। ਜੀ ਆਇਆਂ ਨੂੰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਜੀ ਤੁਹਾਡਾ ਧੰਨਵਾਦ। ਮਿਹਰਬਾਨੀ ਜੀ। ਅਸੀਂ ਥੋੜ੍ਹੇ ਜਿਹੇ ਇਤਿਹਾਸਿਕ ਪੱਖ, ਕੱਲ੍ਹ ਸੀ ਆਪਾਂ ਥੋੜ੍ਹਾ ਜਿਹਾ ਧਾਰਮਿਕ ਪੱਖ ਜਿਹੜਾ ਸੀਗਾ ਉਹ ਪ੍ਰੋਫੈਸਰ ਇੰਦਰ ਸਿੰਘ ਕਾਗਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ। ਸੋ ਅੱਜ ਥੋੜ੍ਹਾ ਜਿਹਾ ਇਤਿਹਾਸਿਕ ਰਲਗੱਡ ਬਹੁਤ ਹੋਈ ਆ ਔਰ ਸਿੱਖਾਂ ਦੀ ਇੱਕ ਵੱਡੀ ਤਰਾਸਦੀ ਇਹ ਰਹੀ ਹੈ ਕਿ ਜਦ ਪਹਿਲਾਂ ਤਾਂ ਬਹੁਤਾ ਇਤਿਹਾਸ ਸਿੱਖਾਂ ਦੁਆਰਾ ਨਹੀਂ ਲਿਖਿਆ ਗਿਆ ਔਰ ਜਿਹੜਾ ਥੋੜ੍ਹਾ ਬਹੁਤਾ ਲਿਖਿਆ ਵੀ ਗਿਆ ਤੇ ਉਹ ਸਾਂਭਿਆ ਨਹੀਂ ਗਿਆ। ਅਸੀਂ ਦੂਜਿਆਂ ਦੇ ਉੱਪਰ ਨਿਰਭਰ ਰਹੇ ਹਾਂ ਔਰ ਉਹਦੇ ਵਿੱਚ ਰਲਗੱਡ ਇੰਨੀ ਕੁ ਕਰ ਦਿੱਤੀ ਗਈ ਆ। ਭਾਵੇਂ ਅਸੀਂ ਪਿਛਲੇ ਕੱਲ੍ਹ ਜਾਂ ਫਿਰ ਪਿਛਲੇ ਸਮੇਂ ਦੇ ਵਿੱਚ ਬਾਲੇ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ, ਸੋ ਸਾਡੇ ਉਹਦੇ ਵਿੱਚ ਸਾਡੇ ਇਤਿਹਾਸਕਾਰਾਂ ਦੀ ਨਲਾਇਕੀ ਵੀ ਮੈਂ ਮੰਨਦਾ ਕਿ ਜਿਸ ਢੰਗ ਦੇ ਨਾਲ ਖੋਜ ਹੋ ਕੇ ਉਸ ਤੋਂ ਪਹਿਲਾਂ ਢੰਡੋਰਾ ਪਿੱਟਿਆ ਜਾਣਾ ਚਾਹੀਦਾ ਸੀ ਕਿ ਭਾਈ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ, ਉਹਨੂੰ ਬੜੀ ਦੇਰ ਲਾਈ ਔਰ ਬਹੁਤ ਲੰਬੀ ਚੁੱਪੀ ਜਿਹੜੀ ਆ ਉਹ ਇਹਨਾਂ ਇਸ਼ੂਜ਼ ਨੂੰ ਹੋਰ ਜ਼ਿਆਦਾ ਗੁੰਝਲਦਾਰ ਬਣਾਉਂਦੀ ਹੈ। ਸੋ ਜਿਵੇਂ ਮੈਂ ਕੱਲ੍ਹ ਗੱਲ ਕੀਤੀ ਸੀ, ਸੋ ਮੈਂ ਉਸੇ ਸਵਾਲ ਤੋਂ ਦਰਗੀਰ ਸਾਹਿਬ ਸ਼ੁਰੂਆਤ ਕਰਨੀ ਚਾਹਾਂਗਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੀ ਅਸੀਂ ਉਸ ਨੂੰ ਇੱਕ ਇਤਿਹਾਸਿਕ ਸਰੋਤ ਵਜੋਂ ਵਰਤਣ ਦੇ ਵਿੱਚ ਨਾਕਾਮਯਾਬ ਨਹੀਂ ਰਹੇ? ਗੁਰੂ ਗ੍ਰੰਥ ਸਾਹਿਬ ਜੀ ਦੇਖੋ, ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਤੇ ਬੜੇ ਮੇਜਰ 3 ਰੈਫਰੈਂਸ ਹੁੰਦੇ ਆ ਜੀ। ਖਾਸ ਕਰਕੇ ਜਦੋਂ ਬਾਬਰ ਦਾ ਹਮਲਾ ਹੁੰਦਾ ਹੈ ਤੇ ਬਾਬਰ ਦੇ ਹਮਲੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਾਂਦੇ ਆ ਸੈਦਪੁਰ ਇਮਨਾਬਾਦ ਵਿੱਚ, ਤੇ ਜੋ ਉੱਥੋਂ ਦਾ ਸੀਨ ਦੱਸਿਆ ਉਹਨਾਂ ਨੇ ਜਿਹਦੇ 'ਚ ਬਾਬਰ ਵਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ ਦੀਆਂ ਗੱਲਾਂ ਨੇ। ਇੱਕ ਇਸ ਤਰ੍ਹਾਂ ਦਾ 3 ਸ਼ਬਦ ਨੇ। ਇੱਕ ਹੈਗਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੇ ਅਸਲਾ ਕਰੀ ਗਿਆਨ ਵਹਿ ਲੋ ਜੀ। ਉਹਦੇ ਵਿੱਚ ਜੋ ਕੁਝ ਹਿਸਟੋਰੀਕਲ, ਦੇਖੋ ਆਮ ਤੌਰ ਤੇ ਹਿਸਟਰੀ ਬਾਅਦ ਵਿੱਚ ਲਿਖੀ ਜਾਂਦੀ ਹੈ ਜੀ, ਔਰ ਇਹ ਹਿਸਟਰੀ ਹੈ ਜਿਹੜੀ ਸਾਹਮਣੇ ਲਿਖੀ ਗਈ ਹੈ ਜੀ। ਜਦੋਂ ਗੁਰੂ ਨਾਨਕ ਸਾਹਿਬ ਮੱਕੇ ਔਰ ਬਗਦਾਦ ਚੋਂ ਮੁੜ ਕੇ ਆਉਂਦੇ ਨੇ ਤੇ ਆਉਂਦਿਆਂ ਉਸ ਵੇਲੇ ਤੱਕ ਬਾਬਰ ਦਾ ਹਮਲਾ ਹੋ ਹਟਿਆ। 1519 ਵੀ ਬਾਬਰ ਨੇ ਹਮਲਾ ਕੀਤਾ ਤੇ ਗੁਰੂ ਨਾਨਕ ਸਾਹਿਬ ਮੱਕੇ ਤੋਂ ਵੀ ਉਸੇ ਪੀਰੀਅਡ ਵਿੱਚ ਆ ਰਹੇ ਨੇ। ਮੱਕਾ ਤੇ ਬਗਦਾਦ ਤੇ ਅਫਗਾਨਿਸਤਾਨ, ਕਾਬਲ, ਜਲਾਲਾਬਾਦ ਇਸ ਇਲਾਕੇ ਨੂੰ ਘੁੰਮਦੇ ਹੋਏ ਤੇ ਆ ਰਹੇ ਨੇ। ਤੇ ਉਸ ਤੋਂ ਬਾਅਦ ਉਹਨਾਂ ਨੇ ਗੁਜਰਾਂਵਾਲਾ ਦੇ ਇਸ ਸ਼ਹਿਰ ਵਿੱਚ ਜਾ ਕੇ ਦੇਖੀਏ ਜੋ ਹਾਲਤ ਹੈ ਉਹ ਹੈ। ਸੋ ਉਸ ਨੂੰ ਬਹੁਤ ਘੱਟ ਲੋਕਾਂ ਨੇ ਐਜ਼ ਹਿਸਟੋਰੀਕਲ ਸੋਰਸ ਕੋਟ ਕੀਤਾ ਜੀ। ਹਾਲਾਂਕਿ ਜੇਕਰ ਦੇਖਿਆ ਜਾਏ ਸਿੱਖ ਹਿਸਟਰੀ ਦਾ ਸਭ ਤੋਂ ਪਹਿਲਾ ਸੋਮਾ ਹੀ ਉਹ ਹੈ। ਗੁਰੂ ਗ੍ਰੰਥ ਸਾਹਿਬ ਸਿੱਖ ਹਿਸਟਰੀ ਦਾ ਪਹਿਲਾ ਸੋਮਾ ਹੈ। ਜਨਮ ਸਾਖੀਆਂ ਪਹਿਲਾ ਸੋਮਾ ਨਹੀਂ ਹਨ। ਬਿਲਕੁਲ, ਜਨਮ ਸਾਖੀਆਂ ਸਾਰੀਆਂ 18ਵੀਂ ਸਦੀ ਦੀਆਂ ਲਿਖੀਆਂ ਹੋਈਆਂ ਨੇ ਜੀ, ਕਿਸੇ ਗੁਰੂ ਸਾਹਿਬ ਦੇ ਵੇਲੇ ਨਹੀਂ ਲਿਖੀ ਗਈਆਂ। ਇਹ ਜਿੰਨੀਆਂ ਨੇ ਸਾਡੇ ਕੋਲ ਸਾਰੀਆਂ ਬਾਅਦ ਦੀਆਂ ਲਿਖੀਆਂ ਹੋਈਆਂ ਨੇ ਜੀ। ਪਰ ਇਹਨਾਂ ਜਨਮ ਸਾਖੀਆਂ ਨੇ ਸਗੋਂ ਜਿਹੜਾ ਸਿੱਖ ਹਿਸਟਰੀ ਦਾ ਸਰੂਪ ਵਿਗਾੜਿਆ ਜੀ, ਸਵਾਰਿਆ ਕੋਈ ਨਹੀਂ ਹੈ। ਕਿਉਂਕਿ ਇਹਦੇ 'ਚ 2-3 ਚੀਜ਼ਾਂ ਜਿਹੜੀਆਂ ਖਾਸ ਇਹਨਾਂ ਨੇ ਖਰਾਬ ਕੀਤੀਆਂ। ਇੱਕ ਤਾਂ ਸਿਧਾਂਤ ਸਿੱਖੀ ਦਾ ਵਿਗਾੜਿਆ ਜੀ। ਸੱਚਾ ਸੌਦਾ ਦੀ ਝੂਠੀ ਕਹਾਣੀ ਜਿਹੜੀ ਉਹਦੇ 'ਚ ਪਾ ਦਿੱਤੀ ਗਈ ਵੀ ਲੰਗਰ ਇੱਥੋਂ ਸ਼ੁਰੂ ਹੁੰਦਾ ਹੈ, ਬਿਲਕੁਲ ਝੂਠੀ ਕਹਾਣੀ ਹੈ। ਪੰਜਾ ਸਾਹਿਬ ਦੀ ਕਹਾਣੀ ਤਾਂ ਖੈਰ ਕਿਸੇ ਜਨਮ ਸਾਖੀ 'ਚ ਹੈ ਹੀ ਨਹੀਂ ਜੀ, ਕਿਸੇ ਜਨਮ ਸਾਖੀ 'ਚ ਪੰਜਾ ਸਾਹਿਬ ਦੀ ਕਹਾਣੀ ਨਹੀਂ। ਪਰ ਜਦੋਂ ਹਨੂਮਾਨ ਸਾਰੇ ਦਾ ਸਾਰਾ ਪਹਾੜ ਚੁੱਕ ਲੈਂਦਾ
ਅਸੀਂ ਉਸ ਚੀਜ਼ ਦੀ ਆਲੋਚਨਾ ਕਰਦੇ ਹਾਂ। ਤੇ ਜਦੋਂ ਬਾਬਾ ਜੀ ਪੰਜਾ ਲਾ ਕੇ ਰੋਕ ਲੈਂਦੇ ਨੇ ਵੱਡਾ ਪੱਥਰ, ਤੇ ਉਸ ਨੂੰ ਅਸੀਂ ਕਿਰਪਾ ਮੰਨਦੇ ਹਾਂ। ਦੇਖੋ ਹੈ ਨਹੀਂ ਕਹਾਣੀ, ਪੰਜਾ ਸਾਹਿਬ ਦੀ ਕਹਾਣੀ ਹੈ ਨਹੀਂ। ਇਹ ਕਹਾਣੀ ਫਿਰ ਆਈ ਕਿੱਥੋਂ? ਇਹ ਮੈਂ ਦੱਸਣਾ ਤੁਹਾਨੂੰ। ਹੋਇਆ ਇਸ ਤਰ੍ਹਾਂ ਹੈ ਕਿ ਗੁਰੂ ਨਾਨਕ ਸਾਹਿਬ ਹਸਨ ਅਬਦਾਲ ਗਏ ਨੇ ਜੀ। एक्चुअली ना ਉਹਦਾ ਹਸਨ ਅਬਦਾਲ ਹੈ। ਹਸਨ ਅਬਦਾਲ ਬਹੁਤ ਪੁਰਾਣਾ ਸ਼ਹਿਰ ਹੈ, ਕਮ ਸੇ ਕਮ 2500 ਸਾਲ ਪੁਰਾਣਾ ਰੈਫਰੈਂਸ ਆਉਂਦਾ। ਬੁੱਧ ਦੇ ਜ਼ਮਾਨੇ ਦੇ ਇੱਥੇ ਤੁਹਾਡੇ ਕੋਲ ਜਿਹੜੇ ਨਿਸ਼ਾਨੀਆਂ ਮਿਲ ਜਾਂਦੀਆਂ ਨੇ, ਮਹਾਰਾਜਾ ਅਸ਼ੋਕ ਦੇ ਜ਼ਮਾਨੇ ਦੀਆਂ। ਫਿਰ ਇਹ ਉਹ ਜਗ੍ਹਾ ਹੈ ਜਿੱਥੇ ਜਦੋਂ ਹਿਊਨ ਸੰਗ ਆਉਂਦਾ ਚੀਨੀ ਯਾਤਰੀ, ਤੇ ਉਹ ਸਾਰਾ ਕੁਝ ਦੇਖ ਕੇ ਜਾਂਦਾ ਵੀ ਇੱਥੇ ਚਸ਼ਮਾ ਹੈ, ਜਿਹਨੂੰ ਚਸ਼ਮਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਪੱਥਰ ਚੁੱਕ ਕੇ ਪੈਦਾ ਕੀਤਾ ਸੀ, ਇਹ ਉਦੋਂ ਦਾ ਚਸ਼ਮਾ ਹੈ ਜੀ। ਜੇ ਗੁਰੂ ਨਾਨਕ ਸਾਹਿਬ ਨੇ ਚਸ਼ਮਾ ਕੀਤਾ ਹੁੰਦਾ ਪੈਦਾ, ਤੇ ਔਰੰਗਜ਼ੇਬ ਇੱਥੇ 1674 ਤੋਂ 76 ਤੱਕ ਰਿਹਾ ਜੀ, ਉਹ ਕਦੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਰਹਿਣ ਦਿੰਦਾ? ਹਰਗਿਜ਼ ਨਹੀਂ ਰਹਿਣ ਦਿੰਦਾ। ਇਸ ਤਰ੍ਹਾਂ ਹੋਇਆ ਹੈ, ਜਿਹੜਾ ਕਹਾਣੀ ਇਹ ਹੈ ਵੀ ਗੁਰੂ ਨਾਨਕ ਸਾਹਿਬ ਇਸ ਇਲਾਕੇ 'ਚ ਆਏ ਹੋਣਗੇ ਜੀ, ਤੇ ਉਹਨਾਂ ਦੀ ਯਾਦ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਤੇ ਉਹਨੇ ਇੱਕ ਪੱਥਰ ਦੇ ਉੱਤੇ ਪੰਜੇ ਦਾ ਨਿਸ਼ਾਨ ਬਣਾ ਕੇ। ਇਹ ਸਾਰੇ ਤੁਸੀਂ ਪਹਾੜੀ ਇਲਾਕੇ ਵੱਲ ਜਾਓਗੇ ਨਾ, ਉਧਰ ਲੱਦਾਖ ਵੱਲ ਵੀ ਚਲ ਜਾਓ, ਤੇ ਕਿਸੇ ਦੇ ਪੈਰ, ਕਿਸੇ ਦੇ ਹੱਥ ਦੀ ਨਿਸ਼ਾਨੀ ਬਣੇ ਹੋਏ ਇੱਥੇ ਆਏ ਸਨ ਜੀ। ਈਵਨ ਤੁਸੀਂ ਬਿਦਰ ਚਲ ਜਾਓ, ਗੁਰੂ ਨਾਨਕ ਸਾਹਿਬ ਦੇ ਪੈਰ ਹੱਥ। ਇਹ ਇਸੇ ਤਰ੍ਹਾਂ ਰਾਮੇਸ਼ਵਰਮ 'ਚ ਮੈਂ ਦੇਖਿਆ ਗੁਰੂ ਨਾਨਕ ਸਾਹਿਬ ਦੇ ਪੈਰ ਬਣਾਏ ਹੋਏ ਆ। ਗੁਰੂ ਨਾਨਕ ਸਾਹਿਬ ਦੇ ਪੈਰ ਉਦੋਂ ਦੇ ਕਾਇਮ ਥੋੜਾ ਨੇ। ਇਹ ਨਿਸ਼ਾਨੀ ਬਣਾਉਣੀ ਹੁੰਦੀ ਵੀ ਉਹ ਇੱਥੇ ਆਏ ਸਨ। ਜਿੱਦਾਂ ਸਾਡੇ ਸ਼ਾਦੀਆਂ 'ਚ ਕਿਤੇ ਪੰਜਾ ਲਾ ਦਿੰਦੇ ਆ, ਇਸ ਤਰ੍ਹਾਂ ਦੀ ਨਿਸ਼ਾਨੀ ਰੱਖਦੇ ਨਾ, ਉਹ ਇਸ ਤਰ੍ਹਾਂ ਨਿਸ਼ਾਨੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪੱਥਰ ਦੇ ਉੱਤੇ ਉਹ ਹੱਥ ਦਾ ਨਿਸ਼ਾਨ ਬਣਾ ਦਿੱਤਾ, ਤੇ ਬਾਅਦ ਵਿੱਚ ਉਸ ਨੂੰ ਨਿਸ਼ਾਨ ਨੂੰ ਜਿਹੜਾ ਹੈ ਉਸ ਪੱਥਰ ਨੂੰ ਉਸ ਚਟਾਨ ਦੇ ਵਿੱਚ ਜਿੱਥੇ ਚਸ਼ਮਾ ਹੈ ਉਹਦੇ ਨਾਲ ਜੜ ਦਿੱਤਾ ਗਿਆ। 1838 ਜਿੱਥੋਂ ਇੱਕ ਹੀਗਲ ਨਾਂ ਦਾ ਜਰਮਨ ਯਾਤਰੀ ਹੋ ਕੇ ਗਿਆ, ਉਸਨੇ ਆਪਣੀ ਕਿਤਾਬ ਲਿਖੀ ਹੈ ਜਰਨੀ ਫਰੋਮ ਬੰਗਾਲ ਟੂ ਯੂਰਪ, ਜਦੋਂ ਉਹਦੇ 'ਚ ਲਿਖਦਾ ਸ਼ਰੇਆਮ ਵੀ ਇਹ ਪੰਜਾ ਜਿਹੜਾ ਰਣਜੀਤ ਸਿੰਘ ਨੇ ਆਪ ਖੁਦਵਾਇਆ ਸੀ, ਤੇ ਬਾਅਦ ਵਿੱਚ ਇਸ ਨੂੰ ਉੱਥੇ ਜੜ ਦਿੱਤਾ ਗਿਆ। ਅਸੀਂ ਉਸ ਨੂੰ ਬਣਾਤਾ ਕਵਿਤਾ ਲਿਖ ਕੇ, ਗੁਰੂ ਨਾਨਕ ਪੰਜਾ ਲਾਇਆ ਵਿੱਚ ਪਹਾੜੀ ਦੇ ਉਸ। ਫਿਰ ਦੇਖੋ ਕਿੰਨੀਆਂ 4 ਜਨਮ ਸਾਖੀਆਂ ਮੇਜਰ ਨੇ, ਇੱਕ ਪੰਜਵੀਂ ਵੀ ਹੈਗੀ ਹੈ। 50 ਜਨਮ ਸਾਖੀਆਂ 'ਚ ਕਿਤੇ ਸਾਖੀ ਹੈ ਹੀ ਨਹੀਂ। ਜਨਮ ਸਾਖੀ ਨੂੰ ਜੇ ਸਰੋਤ ਹੀ ਮੰਨ ਲਿਆ ਜਾਏ, ਸੋਮਾ ਮੰਨ ਲਿਆ ਜਾਏ, ਤੇ ਕਿਤੇ ਵੀ ਜਨਮ ਸਾਖੀ ਨਹੀਂ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਪਾਂ ਨੇ। ਉਹ ਸੱਪ ਦੀ ਛਾਂ ਕਰਨ ਵਾਲੀ ਗੱਪ ਹੈ, ਖੇਤੀ ਨੂੰ ਹਰੀ ਕਰਨ ਵਾਲੀ ਗੱਪ ਹੈ, ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੂੰ ਇੱਕ ਜਾਦੂਗਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਸੋ ਕੀ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਦੇ ਨਾਲ ਇਹ ਸਾਰਾ ਵਰਤਾਰਾ ਮੇਲ ਖਾਂਦਾ? ਬਿਲਕੁਲ ਨਹੀਂ ਖਾਂਦਾ। ਗੁਰੂ ਨਾਨਕ ਸਾਹਿਬ ਤਾਂ ਕਿਸੇ ਵੀ ਘਟਨਾ ਨੂੰ ਜਿਹੜਾ ਅਕਾਲ ਪੁਰਖ ਦੀ ਮੇਰ ਕਹਿੰਦੀ, ਉਹਦੇ ਭਾਣੇ 'ਚ ਰਹਿਣ ਦੀ ਗੱਲ ਕਰਦੀ। ਸਾਰੀ ਬਾਣੀ 'ਚ ਭਾਣੇ ਮੰਨਣ ਦੀ ਗੱਲ ਹੈ, ਤੇ ਇਹ ਭਾਣਾ ਨੂੰ ਤੋੜਨ ਵਾਲੀ ਗੱਲ ਹੈ। ਬਈ ਮਰਦਾਨੇ ਜੇ ਪਾਣੀ ਨਹੀਂ ਮਿਲਦਾ, ਤੇ ਮੇਟ ਚੁੱਕਦੇ ਨਾ, ਸਿੱਲ ਚੁੱਕਦੇ ਨਾ, ਤੇ ਪਾਣੀ ਲੈ ਲੈ। ਖੇਤੀ ਜਿਹੜੀ ਹੈ ਉਹ ਹਰੀ ਕਰ ਦੇਣਾ। ਇਸੇ ਤਰ੍ਹਾਂ ਸੱਪ ਜਿਹੜਾ ਹੁੰਦਾ, ਜਿਸ ਤਰ੍ਹਾਂ ਕ੍ਰਿਸ਼ਨ ਹੋਰਾਂ ਦੀ ਕਹਾਣੀ ਹੈ। ਕ੍ਰਿਸ਼ਨ ਜੀ ਜਿਹੜੇ ਹਿੰਦੂ ਧਰਮ ਜਿਹੜੇ ਉਹਨਾਂ ਦੀ ਪੂਜਾ ਕਰਦੇ ਨੇ, ਤੋ ਜਿੱਦਾਂ ਉਹਨਾਂ ਦੀ ਕਹਾਣੀ ਵੀ ਸੱਪ ਨੇ ਉਹਨਾਂ ਤੇ ਛਾਂ ਕਰ ਦਿੱਤੀ, ਇਸੇ ਤਰ੍ਹਾਂ ਦੀ ਉਹਨਾਂ ਦੇ ਨਾਲ ਬਣਾਤੀ। ਗਊਆਂ ਚਾਰਨ ਦੀ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਮੱਝਾਂ ਚਾਰਨ ਦੀ ਗੱਲ ਬਣਾਤੀ। ਸੋ ਇਹ ਜਿਹੜੀਆਂ ਪੰਚਤੰਤਰ ਦੀਆਂ ਕਹਾਣੀਆਂ ਨੇ, ਇੱਕ ਜਿਹੜਾ ਐਲੈਗੋਰੀਕਲ ਤੇ ਫਿਕਸ਼ਨ ਜਿਹੜਾ ਲਿਟਰੇਚਰ ਸੀ ਨਾ, ਉਹ ਇੰਗਲਿਸ਼ ਲਿਟਰੇਚਰ ਵੀ ਤੁਹਾਨੂੰ ਮਿਲ ਜਾਏਗਾ, ਤੇ ਇਹ ਇਸੇ ਤਰ੍ਹਾਂ ਦਾ ਹੈ। ਸੰਸਕ੍ਰਿਤ, ਹਿੰਦੀ, ਬੰਗਾਲੀ ਸਾਰੇ ਲਿਟਰੇਚਰ ਵਿੱਚ ਹੈ, ਉਹ ਇਸ ਦੇ ਵਿੱਚ ਵੀ ਪੇਸ਼ ਕੀਤਾ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਮਰ ਦੇ ਉਸ ਪੜਾਅ ਦੇ ਵਿੱਚ, ਜੇ ਇਸ ਪੜਾਅ ਦੇ ਵਿੱਚ ਰਿਟਾਇਰਮੈਂਟ ਲੈਣੀ ਹੁੰਦੀ ਆ, ਤਕਰੀਬਨ 20 ਸਾਲ ਕਰਤਾਰਪੁਰ ਖੇਤੀ ਕੀਤੀ ਹੈ। ਉਸ ਪੱਖ ਨੂੰ ਤੁਹਾਡੇ ਮੁਤਾਬਕ ਕਿਉਂ ਨਹੀਂ ਉਭਾਰਿਆ ਗਿਆ? ਉਸ ਪੱਖ ਨੂੰ ਬਹੁਤੇ ਸਿੱਖ ਜਿਹੜੇ ਉਹ ਜਾਣਦੇ ਨਹੀਂ। ਦੇਖੋ ਗੱਲ ਇਹ ਹੈ, ਜਿਹੜੇ ਤਾਂ ਸਾਡੇ ਹਿਸਟਰੀ ਲਿਖਣ ਵਾਲੇ ਨੇ, ਉਹਨਾਂ 'ਚ 2 ਭਾਵਨਾਵਾਂ ਆਮ ਕਾਇਮ ਰਹੀਆਂ ਨੇ। ਇੱਕ ਤਾਂ ਕਿਸੇ ਨੂੰ ਵੇਖ ਕੇ ਲਿਖੀ ਜਾਣਾ, ਜਨਮ ਸਾਖੀਆਂ ਦੀ ਨਕਲ ਮਾਰੀ ਜਾਣੀ ਹੈ, ਇਹ ਤਾਂ ਹੋ ਗਈ ਨਕਲ। ਜਿੱਦਾਂ ਆਰਟੀਕਲ ਲਿਖ ਦਿੱਤੇ, ਅਖਬਾਰਾਂ ਵਾਲੇ ਲਿਖ ਦਿੱਤੇ। ਸੋ ਇਹ ਜਰਨਲਿਜ਼ਮ ਵਾਲਾ ਜਿਹੜਾ ਲਿਟਰੇਚਰ ਹੈ ਨਾ, ਇਹਨੇ ਹਮੇਸ਼ਾ ਹੀ ਗਲਤ ਬਿਆਨੀ ਕੀਤੀ ਹੈ, ਜਾਂ ਘੱਟ ਸੋਰਸ ਤੋਂ ਜੋ ਕੁਝ ਲਿਖਣਾ ਹੈ। ਜਿਹੜੇ ਸ਼ਰਧਾਵਾਨ ਨੇ, ਉਹ ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਦਾ ਨਹੀਂ ਸ਼ੋਅ ਕਰਨਾ ਚਾਹੁੰਦੇ ਵੀ ਉਹ ਕਿਰਤੀ ਸਿੱਖ ਸਨ, ਕਿਰਤੀ ਇਨਸਾਨ ਸਨ, ਜਦ ਕਿ ਗੁਰੂ ਨਾਨਕ ਸਾਹਿਬ ਤਾਂ ਕਿਰਤ ਕਰਨ, ਵੰਡ ਛਕਣ ਦੀ ਗੱਲ ਕਰਦੇ ਆ, ਤੇ ਇਹ ਉਹ ਆਸਪੈਕਟ ਨਹੀਂ ਦੇਣਾ ਚਾਹੁੰਦੇ। ਇਹਦੇ ਜ਼ਿੰਮੇਦਾਰ 2 ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਉਹ ਜਿਹੜੇ ਪੇਂਟਰ ਨੇ, ਸੋਭਾ ਸਿੰਘ ਉਹਨਾਂ ਦੀ ਮੈਂ ਬੜੀ ਇੱਜ਼ਤ ਕਰਦਾ, ਬੜੇ ਕਮਾਲ ਦੇ ਆਰਟਿਸਟ ਹਨ। ਉਹਨਾਂ ਨੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਇੱਕ ਸਾਧ ਦੀ ਬਣਾਈ ਹੈ ਨਾ, ਉਸ ਸਾਧ ਦੀ ਤਸਵੀਰ ਦੇ ਵਿੱਚੋਂ ਹੀ ਇਹ ਗੱਲ ਨਿਕਲਦੀ ਹੈ ਵੀ ਉਸ ਨੂੰ ਪੇਸ਼ ਨਾ ਕੀਤਾ ਜਾਏ ਕਿ ਉਹ ਕਿਰਤੀ ਸਨ। ਦੂਸਰੀ ਕਾਰਨ ਇਹ ਹੈ ਕਿ ਜਿਹੜੇ ਲੋਕ ਅੱਜ ਦੇ ਸਾਧ ਨੇ, ਉਹ ਕਹਾਣੀਆਂ ਕਥਾ ਸੁਣਾਉਂਦੇ ਨੇ, ਉਹ ਵੀ ਆਪਣੇ ਸਾਧ ਡੰਮ ਨੂੰ, ਆਪਣੇ ਡੇਰਾ ਡੰਮ ਨੂੰ ਜਿਹੜਾ ਉਹ ਐਸਟੈਬਲਿਸ਼ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਂਦੇ ਨੇ, ਜਿਹਦੇ 'ਚ ਇਹ ਨਾ ਦੱਸਿਆ ਜਾਵੇ ਕਿ ਕਿਰਤ ਕਰਨੀ ਤੇ ਵੰਡ ਛਕਣਾ ਹੈ। ਆਪ ਕਿਰਤ ਕਰਦਾ ਨਹੀਂ, ਕੋਈ ਸਾਧ ਕਿਰਤ ਨਹੀਂ ਜੇ ਕਰਦਾ, ਇਸੇ ਕਾਰਨ ਨੂੰ ਉਹ ਬਾਕੀ ਗੁਰੂਆਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਕੋਈ ਐਡ ਕਰਨਾ ਚਾਹੁੰਦੇ? ਮੈਂ ਐਡ ਕਰਨਾ ਚਾਹੁੰਦਾ ਸੀਗਾ ਜੀ। ਮੈਂ ਆਪਣੇ ਕਮਰ ਮਹਿੰਦਰ ਪ੍ਰਤਾਪ ਸਿੰਘ ਉਹਨਾਂ ਨੂੰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਜਿਹੜੇ ਸੰਚਾਲਕ ਰਹੇ, ਪ੍ਰਿੰਸੀਪਲ ਰਹੇ, ਉਹਨਾਂ ਨੂੰ ਮਿਲਿਆ ਜੀ।
ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜੀ ਆਪਣੀਆਂ ਪੇਂਟਿੰਗ ਬਣਾਉਣ ਵਾਸਤੇ ਭਾਈ ਵੀਰ ਸਿੰਘ ਹੋਣਾ ਦੀ ਸ਼ਰਾਰਤ ਹੈ ਸੋਭਾ ਸਿੰਘ ਨੂੰ ਪ੍ਰੇਰਿਤ ਕਰਨਾ ਜੀ। ਸੋਭਾ ਸਿੰਘ ਹੋਣਾ ਦਾ ਲਿਖਿਆ ਲਿਟਰੇਚਰ ਮੈਂ ਪੜ੍ਹਿਆ ਵੀ ਮੈਂ ਪਾਂਡਿਆਂ ਕੋਲ ਗਿਆ, ਇਸ ਤਰ੍ਹਾਂ ਦੇ ਬੰਦਿਆਂ ਦੀਆਂ ਹੱਥ ਦੀਆਂ ਲਕੀਰਾਂ ਕਿਹੋ ਜਿਹੀਆਂ ਹੋ ਸਕਦੀਆਂ, ਮੈਂ ਉਹਨਾਂ ਨੂੰ ਕੰਸਲਟ ਕਰਕੇ ਫੋਟੋ ਬਣਾਈ। ਅਸਲ 'ਚ ਗੱਲ ਇਹ ਹੈ, ਕਮਰ ਮਹਿੰਦਰ ਪ੍ਰਤਾਪ ਸਿੰਘ ਉਹਨਾਂ ਨੇ ਦੱਸਿਆ ਵੀ ਖੰਨੇ ਦਾ ਇੱਕ ਬੰਦਾ ਸੀ ਜਿਹਦੇ ਗਲ 'ਚ ਮੈਂ ਇਦਾਂ ਦੀ ਪਾਈ ਫੋਟੋ ਵੇਖੀ ਤੇ ਮੈਂ ਉਹਨੂੰ ਪੁੱਛਿਆ ਵੀ ਇਹ ਤੂੰ ਬਾਬੇ ਨਾਨਕ ਦੀ ਫੋਟੋ ਕਾਹਤੋਂ ਪਾਈ? ਕਹਿੰਦਾ ਭਲਿਆ ਮੈਨੂੰ ਚੰਗੀ ਤਰ੍ਹਾਂ ਦੇਖ। ਜਦੋਂ ਮੈਨੂੰ ਚੰਗੀ ਤਰ੍ਹਾਂ ਦੇਖਿਆ ਤੇ ਵਾਕਿਆ ਫੋਟੋ ਉਸ ਬੰਦੇ ਦੀ ਸੀ ਜੀ। ਇਹ ਸੋਭਾ ਸਿੰਘ ਨੇ ਉਸ ਬੰਦੇ ਨੂੰ ਸਾਹਮਣੇ ਬਿਠਾ ਕੇ ਬਾਬੇ ਨਾਨਕ ਦੀ ਫੋਟੋ ਬਣਾਈ ਹੈ, ਉਹ ਜਿਹੜਾ ਬੰਦਾ ਖੰਨੇ ਦਾ ਸੀ। ਇਹ ਆਥੈਂਟਿਕ ਗੱਲ ਹੈ ਜਿਹੜੀ ਮੈਂ ਕਮਰ ਮਹਿੰਦਰ ਪ੍ਰਤਾਪ ਸਿੰਘ ਉਹਨਾਂ ਤੋਂ ਸੁਣੀ ਹੈ। ਬਾਕੀ ਇਹ ਗੱਲ ਜਦੋਂ ਮੈਂ ਇਹ ਸਾਰੀ ਗੱਲ ਵਿਚਾਰਦਾ ਜੀ ਵੀ ਆਪਣੇ ਸੋਭਾ ਸਿੰਘ ਹੋਣਾ ਨੇ ਪਾਂਡਿਆਂ ਕੋਲ ਗਏ, ਹੱਥ ਦੀਆਂ ਲਕੀਰਾਂ ਕਿਹੋ ਜਿਹੀਆਂ ਹੋਣੀਆਂ ਵਗੈਰਾ ਵਗੈਰਾ, ਤਾਂ ਰਿਜ਼ਲਟ ਇਹ ਨਿਕਲਦਾ ਹੈ ਕਿ ਸੋਭਾ ਸਿੰਘ ਹੋਣੀ ਜਿਸ ਤਰ੍ਹਾਂ ਆਪਣੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਉਹਨਾਂ ਨੇ ਪਹਿਲਾਂ ਦੱਸਿਆ, ਉਹ ਬਾਣੀ ਤੋਂ ਨਾ ਵਾਕਿਫ ਸੀ। ਬਾਣੀ ਕਰਾਮਾਤਾਂ ਨੂੰ ਕੱਟਦੀ ਹੈ, ਬਾਣੀ ਮਾਲਾ ਨੂੰ ਕੱਟਦੀ ਹੈ। ਅਸੀਂ ਬਾਬੇ ਨਾਨਕ ਦੇ ਹੱਥ 'ਚ ਮਾਲਾ, ਗਲ 'ਚ ਮਾਲਾ, ਸਿਰ ਤੇ ਮਾਲਾ ਪਵਾਈ। ਇਹਦਾ ਮਤਲਬ ਭਾਈ ਵੀਰ ਸਿੰਘ ਹੋਣਾ ਦੇ ਮਨ 'ਚ ਕੁਛ ਇਹੋ ਜਿਹੀ ਗੱਲ ਸੀ ਜਿਹੜੀ ਉਹਨਾਂ ਨੇ ਸੋਭਾ ਸਿੰਘ ਉਹਨਾਂ ਦੇ ਕੰਨ 'ਚ ਪਾਈ ਤੇ ਉਹਨਾਂ ਨੇ ਅੱਗੇ ਪੇਂਟਿੰਗ ਦੇ ਰੂਪ 'ਚ ਸਾਨੂੰ ਦੱਸਤੀ, ਜਿਹੜੀ ਬਿਲਕੁਲ ਉਲਟ ਜਿਹੜੇ ਅਸੀਂ ਕਹਿੰਦੇ ਨਾ ਸੰਤ ਕਵੀ ਭਾਈ ਵੀਰ ਸਿੰਘ। ਮੈਂ ਕਹਿੰਦਾ ਸਿੱਖੀ ਦੇ ਦੋਖੀ ਸਭ ਤੋਂ ਜ਼ਿਆਦਾ ਉਹੀ ਹੈ, ਕਿਸੇ ਪਾਸੇ ਨਜ਼ਰ ਮਾਰ ਕੇ ਵੇਖ ਲਓ। ਸੋ ਗੱਲ ਸਾਢੇ ਤੈ ਧੋਤੀਆਂ ਤੇਰੇ ਪਾਇਨ ਤੱਕ ਕਲੇ ਜਿਹਨਾਂ ਦੇ ਮਾਲੀਆਂ ਲੋਟੇ ਹੱਥ ਨਬਾਗ ਹਰ ਕੇ ਸੰਤ ਨਾ ਕੀਆ ਬਨਾਰਸ ਕੇ ਠੱਗ, ਅਸੀਂ ਬਾਬੇ ਨਾਨਕ ਦੇ ਗਲ 'ਚ ਮਾਲਾ ਪਵਾ ਕੇ ਬੈਠੇ ਹਾਂ। ਬਿਲਕੁਲ। ਇੱਕ ਮੈਂ ਇਹਨਾਂ ਦੇ ਨਾਲ ਹੋਰ ਐਡ ਕਰਨੀ ਚਾਹਾਂਗਾ ਵੀ ਜੇ ਸੋਭਾ ਸਿੰਘ ਉਹਨਾਂ ਨੇ ਹੱਥ ਦੀਆਂ ਲਕੀਰਾਂ ਬ੍ਰਾਹਮਣਾਂ ਕੋਲ ਪੁੱਛੀਆਂ ਨੇ ਜੀ, ਇੱਕ ਤਾਂ ਪਹਿਲੀ ਗੱਲ ਤੇ ਬ੍ਰਾਹਮਣ 500 ਸਾਲ ਕੋਈ ਜੀਂਦਾ ਨਹੀਂ ਰਿਹਾ ਹੋਵੇਗਾ ਜੀ, ਵੀ ਜਿਹੜਾ ਉਦੋਂ ਦੀ ਅਜੇ ਤੱਕ ਗੁਰੂ ਨਾਨਕ ਸਾਹਿਬ ਦੀ ਗੱਲ ਦੱਸ ਸਕਦਾ ਹੋਵੇ। ਦੂਜਾ, ਗੁਰਬਾਣੀ ਵਿੱਚ ਜੋਤਿਸ਼ ਵਿਦਿਆ ਜਿਹੜਾ ਹੈ ਇਸ ਨੂੰ ਪੂਰੀ ਤਰ੍ਹਾਂ ਰਿਜੈਕਟ ਕੀਤਾ ਹੋਇਆ ਹੈ ਜੀ। ਤੇ ਇਸ ਕਰਕੇ ਇਹ ਗੱਲ ਫਿਰ ਇਹ ਇਕੱਲੀ ਇਹ ਨਹੀਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਜਿਹੜੀ ਕਹਿੰਦੇ ਆ, ਇੱਕ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਣਾਈ ਹੈ, ਉਹ ਵੀ ਭਾਗ ਸਿੰਘ ਨਾਂ ਦੇ ਸਾਧ ਨੂੰ ਇੱਕ ਮਾਡਲ ਬਣਾ ਕੇ ਉਹਦੀ ਖਿੱਚੀ, ਦੋਨੇ ਇੱਕੋ ਫੋਟੋ ਨੇ। ਤੁਸੀਂ ਦੇਖੋ ਜੀ, ਮੈਂ ਜਿਹੜੀ ਅਸੀਂ ਕੱਲ ਵੀ ਉਹਦਾ ਤਸਵੀਰਾਂ ਦੀ ਗੱਲ ਕਰਦੇ ਸੀ ਕਿ ਰਬਾਬ ਦੇ ਉੱਤੇ ਉੜੇ ਜਾਂਦੇ ਦਿਖਾਏ ਹੁੰਦੇ ਸੀ, ਬਾਬਾ ਨਾਨਕ ਮੋਹਰੇ ਬੈਠੇ ਹੁੰਦੇ, ਮਰਦਾਨਾ ਪਿੱਛੇ ਬੈਠੇ ਹੁੰਦੇ ਸੀ। ਫਿਰ ਬਾਲੇ ਦੀ ਇਸੇ ਢੰਗ ਨਾਲ ਇੱਕ ਪਾਸੇ ਵਿਚਾਲੇ ਬਾਬਾ ਨਾਨਕ ਜੀ ਬੈਠੇ ਨੇ, ਇੱਕ ਪਾਸੇ ਉਹ ਬਾਲਾ ਬਣਾਤਾ ਤੇ ਇੱਕ ਪਾਸੇ ਮਰਦਾਨਾ ਜੀ ਬੈਠੇ ਨੇ। ਸੋ ਇਹਨਾਂ ਅਸੀਂ ਤਸਵੀਰਾਂ ਵੱਲ ਦੇਖ ਕੇ ਆਪਣੀਆਂ ਧਾਰਨਾਵਾਂ ਬਣਾਉਂਦੇ ਰਹੇ ਹਾਂ। ਰਾਣਾ ਜੀ ਇੱਕ ਮੈਂ ਥੋੜੀ ਜਿਹੀ ਗੱਲ ਕਰਦਿਆਂ ਵਿੱਚ ਮੈਂ ਅਬਦਾਲੀ ਵੱਲ ਜਾਣਾ ਚਾਹੁੰਦਾ। ਮੈਂ ਅੱਧਾ ਮਿੰਟ ਹੀ ਲੈਣਾ ਚਾਹੁੰਦਾ ਜੀ ਜੀ। ਤੁਹਾਨੂੰ ਇੱਕ ਇਹੋ ਜਿਹਾ ਸਵਾਲ ਵੀ ਪਾਇਆ ਜਾਵੇ, ਦੇਖੋ ਜੀ ਜੇ ਅਸੀਂ ਤਸਵੀਰਾਂ ਸਾਡੇ ਕੋਲੇ ਨਾ ਹੋਈ ਤਾਂ ਬਾਬੇ ਨੂੰ ਕਿੱਦਾਂ ਯਾਦ ਕਰੀ। ਮੈਂ ਇਹਦਾ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਜੀ ਵੀ ਸਾਡੇ ਕੋਲੇ 1500 ਸਾਲ ਪੁਰਾਣਾ ਮੁਹੰਮਦ ਦਾ ਇਸਲਾਮ ਦਾ ਧਰਮ ਹੈ ਜੀ। ਇਸਲਾਮ ਦੇ ਵਿੱਚ ਕੋਈ ਨਾ ਅੱਲਾਹ ਤਾਲਾ ਦੀ ਤੇ ਨਾ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ, ਉਹ ਕਿੱਦਾਂ ਸਰਵਾਈਵ ਕਰਦੇ ਆ? ਬਿਲਕੁਲ, ਇਹਦਾ ਜਵਾਬ ਤੁਸੀਂ ਇਹ ਮੈਂ ਦੇਣਾ ਚਾਹੁੰਦਾ ਸੀ। ਹਾਂਜੀ, ਅਸੀਂ ਆਮ ਤੌਰ ਦੇ ਉੱਪਰ ਲਿਖਿਆ ਤਕਰੀਬਨ ਬਹੁਤੇ ਇੱਥੋਂ ਵਾਲੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਬਹੁਤ ਸਾਰੇ ਗਰਾਜਾਂ ਦੇ ਉੱਪਰ ਵੀ ਲਿਖਿਆ ਹੁੰਦਾ ਵੀ ਜਿਨ੍ਹਾਂ ਵੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ 153ਵਾਂ ਦਿਨ ਨਹੀਂ ਟੱਪੇ, 52 ਦਿਨਾਂ 'ਚ ਹੀ ਮਰ ਗਏ। 152 ਦਿਨ ਉਹਨਾਂ ਨੇ ਜੀ ਉਹਦੇ ਵਿੱਚ ਜਿਹੜੀਆਂ ਤਰੀਕਾਂ ਨੇ ਉਹ ਲਿਖ ਕੇ ਤੇ ਉਹਨਾਂ ਦੇ ਹਵਾਲੇ ਦਿੱਤੇ ਨੇ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਅਹਿਮਦ ਸ਼ਾਹ ਅਬਦਾਲੀ ਹੋਰਾਂ ਦੇ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਢਵਾਇਆ ਸੀ ਸ਼ਾਇਦ 1762 ਸੀ, ਔਰ ਉਹਨਾਂ ਦੀ 10 ਸਾਲ ਬਾਅਦ ਮੌਤ ਹੁੰਦੀ ਹੈ, ਔਰ ਅਸੀਂ ਉਸ ਨੂੰ ਉੱਤੇ ਬਣਾਤਾ। ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਦੋਂ ਉਹਨੂੰ ਅਸੀਂ ਪਰਖਾਂਗੇ ਤੇ ਕੀ ਜਦੋਂ ਕਿ ਗੈਰ ਜਿਹੜਾ ਸਿੱਖ ਆ ਉਹ ਪਰਖੇਗਾ, ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਨਹੀਂ ਜਾਵੇਗੀ ਵੀ ਇਹ ਤਾਂ ਮਾਰਦੇ ਗੱਪਾਂ ਨੇ। ਕੀ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਜਿਹੜੀ ਆ ਉਹ 153ਵੇਂ ਦਿਨ ਹੋ ਗਈ ਸੀ? ਨਹੀਂ, ਬਿਲਕੁਲ ਗਲਤ ਹੈ। ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਜਦੋਂ ਢਾਇਆ ਹੈ, ਇਹ ਗੱਲ ਪਹਿਲਾਂ ਤਾਂ 5 ਫਰਵਰੀ 1762 ਨੂੰ ਜਦੋਂ ਕੁਪਰ ਹੀੜੇ 'ਚ ਘੱਲੂ ਘਰ ਕਰਕੇ ਆਇਆ, ਬਹੁਤ ਜ਼ਿਆਦਾ ਸਿੱਖ ਸ਼ਹੀਦ ਕੀਤੇ ਆ। ਉਸ ਤੋਂ ਬਾਅਦ ਆ ਕੇ ਉਸ ਨੇ ਇੱਥੇ ਦਰਬਾਰ ਸਾਹਿਬ ਨੂੰ ਢਾਇਆ। ਪਹਿਲਾਂ ਰਸਤੇ 'ਚ ਕਰਤਾਰਪੁਰ ਖਤਮ ਕੀਤਾ, ਕਰਤਾਰਪੁਰ ਨੂੰ ਸਾੜਿਆ। ਕਰਤਾਰਪੁਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਪਿਆ ਸੀਗਾ ਜਿਹੜਾ ਭਾਈ ਗੁਰਦਾਸ ਦਾ ਲਿਖਿਆ, ਉਹ ਸਰੂਪ ਸੜ ਗਿਆ। ਉਹਦਾ ਤੱਕ ਹੈ ਜੋ ਪੇਸ਼ ਕਰਦੇ ਪਏ ਨਾ ਕਿਸੇ ਖਾਰੀ ਬੀਟ ਦੀ ਨਕਲ ਹੈ। ਤੋ ਕਰਤਾਰਪੁਰ ਤੋਂ ਬਾਅਦ ਅੰਮ੍ਰਿਤਸਰ 'ਚ ਆ ਕੇ ਉਹਨੇ ਬਾਰੂਦ ਨਾਲ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਢਾਇਆ ਔਰ ਇਹ ਗੱਲ 1762 ਦੀ ਹੈ। 1772 ਵਿੱਚ ਉਹਦੀ ਡੈਥ ਹੁੰਦੀ ਹੈ। ਬਿਲਕੁਲ ਝੂਠ ਹੈ। ਫਿਰ ਜੇਕਰ ਇਹ ਗੱਲ ਨਹੀਂ ਹੋਵੇ, ਸੁਰਜੀਤ ਸਿੰਘ ਬਰਨਾਲਾ ਨੇ ਵੀ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ
ਉਹ ਹਾਲੇ ਤੱਕ ਜਿੰਦਾ, ਉਹਦੇ 156 ਦਿਨ ਕਦੋਂ ਹੋਣਗੇ ਜੀ। ਫਿਰ ਉਸ ਤੋਂ ਬਾਅਦ ਵੈਦਿਆ ਤਾਂ ਖਤਮ ਹੋ ਗਿਆ, ਪਰ ਜਿਹੜਾ ਬਰਾੜ ਹੈ, ਕੇਸ ਬਰਾੜ ਹੈ, ਫਿਰ ਉਸ ਤੋਂ ਬਾਅਦ ਜਿਹੜਾ ਇੱਕ ਸੀ ਰਹਿਣਾ ਬੈਠਾ ਹੈ, ਦਿਆਲ ਬੈਠਾ ਹੈ, ਜਨਰਲ ਦਿਆਲ ਬੈਠਾ ਹੈ, ਇਹ ਅਜੇ ਤੱਕ ਸਾਰੇ ਜਿੰਦੇ ਨੇ ਜੀ ਜੀ। ਤੇ ਇਹ ਗੱਲ ਜਿਹੜੀ ਹੈ, ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਜਿਹੜੀਆਂ ਹਿਸਟਰੀ 'ਚ ਉਸੇ ਤਰ੍ਹਾਂ ਹੀ ਨੇ ਜਿੱਦਾਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਾਦੂਗਰ ਬਣਾਉਣ ਦੀ ਕੋਸ਼ਿਸ਼ ਕੀਤੀ, ਮਿਸਟਿਕ ਐਲੀਮੈਂਟ ਦੀ ਥਾਂ ਤੇ ਸੋਸ਼ਲ ਰਿਫਾਰਮ ਦਾ ਐਲੀਮੈਂਟ ਦੱਸਣ ਦੀ ਬਜਾਏ, ਅਸੀਂ ਫਿਲਾਸਫੀ ਦੱਸਣ ਦੀ ਬਜਾਏ ਉਹਨਾਂ ਨੂੰ ਜਾਦੂਗਰ ਬਣਾ ਦਿੱਤਾ। ਇਸੇ ਤਰ੍ਹਾਂ ਹੀ ਦੇ ਵਿੱਚ ਹਿਸਟਰੀ 'ਚ ਅਸੀਂ ਮਿਥ ਪਾਉਣੀ ਸ਼ੁਰੂ ਕੀਤੀ ਹੈ। ਇੰਨੀ ਜ਼ਿਆਦਾ ਮਿਥ ਸਿੱਖ ਹਿਸਟਰੀ 'ਚ ਸ਼ਾਮਿਲ ਕੀਤੀ ਗਈ ਹੈ, ਇਸੇ ਕਰਕੇ ਮੈਂ ਸਾਰਾ ਕੁਝ ਛੱਡ ਕੇ ਸਿੱਖ ਹਿਸਟਰੀ ਨੂੰ ਜਿਹੜਾ ਦੁਬਾਰਾ ਨਵੇਂ ਸਿਰੋਂ ਲਿਖਿਆ 5 ਵੋਲੀਅਮ 'ਚ ਪੰਜਾਬੀ 'ਚ ਤੇ 10 'ਚ ਅੰਗਰੇਜ਼ੀ ਛਾਪੀ ਹੈ, ਜਿਹਦੇ 'ਚ ਇਹ ਮੈਂ ਸਾਰੀਆਂ ਮਿਥ ਖਤਮ ਕੀਤੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੀ, ਕਿਉਂਕਿ ਸਵਾਲ ਮਨ ਦੇ ਵਿੱਚ ਬਹੁਤ ਨੇ, ਭਾਵੇਂ ਆਪਾਂ 4-5 ਘੰਟੇ ਜਿਹੜੇ ਉਹ ਲਗਾਤਾਰ ਜੇ ਆਪਾਂ ਇੱਕ ਤਰਤੀਬ ਨਾਲ ਤੁਰੀਏ ਬਾਬਾ ਨਾਨਕ ਜੀ ਤੋਂ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਆਪਾਂ ਮਿਸਲਾਂ ਦੀ ਗੱਲ ਨਾ ਵੀ ਕਰੀਏ, ਜੇ ਉੱਥੋਂ ਤੱਕ ਹੀ ਆਪਾਂ ਮਾੜਾ ਜਿਹਾ ਜ਼ਿਕਰ ਕਰਨਾ ਹੋਵੇ ਤਾਂ ਆਪਾਂ ਨੂੰ 4-5 ਘੰਟੇ ਚਾਹੀਦੇ ਨੇ। ਬਿਲਕੁਲ। ਜਿੰਨੀ ਬੇਇਨਸਾਫੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਾਡੇ ਲਿਖਾਰੀਆਂ ਨੇ ਕੀਤੀ ਆ, ਸ਼ਾਇਦ ਇਤਿਹਾਸ ਦੇ ਵਿੱਚ ਕਿਸੇ ਹੋਰ ਨਾਲ ਹੋਈ ਹੋਵੇ। ਬਿਲਕੁਲ ਠੀਕ ਹੈ। ਜਦੋਂ ਆਪਾਂ ਕਾਹਨੂੰਵਾਨ ਦੇ ਸ਼ੰਭ ਦੀ ਗੱਲ ਕਰਦੇ ਆ, ਉਹਦਾ ਥੋੜਾ ਜਿਹਾ ਚਾਨਣਾ ਪਾਓ ਕਿ ਜੇ ਆਪਾਂ ਤੱਤ ਖਾਲਸਾ ਦੇ ਬੰਦਈ ਖਾਲਸਾ ਅਖੇ ਜੀ, ਬਾਬਾ ਮਨੋਜ ਸਿੰਘ ਹੋਰੀ ਉਹ ਜਾਇਆ ਕਰਦੇ ਸੀ ਤੇ ਰਸਤ ਲੈ ਕੇ ਵਾਪਸ ਆ ਜਾਂਦੇ ਸੀ। ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਉਹਨਾਂ ਨੂੰ ਚੁਣਿਆ ਸੀ ਵੀ ਤੁਸੀਂ ਜਾ ਕੇ ਜਿਹੜਾ ਮੇਰਾ ਕੰਮ ਆ ਉਹ ਨੇਪਰੇ ਚਾੜੋ। ਉਹਨਾਂ ਨੇ ਲੋੜ ਪੈਣ ਦੇ ਉੱਪਰ ਗੜੀ ਛੱਡੀ, ਕਿਲਾ ਛੱਡਿਆ। ਜੇ ਬਾਬਾ ਮਨੋਜ ਸਿੰਘ ਹੋਰੀ ਉੱਥੋਂ ਜਾ ਸਕਦੇ ਸੀ, ਬਾਹਰ ਕਾਨੂੰਨ ਦੇ ਸ਼ੰਭ ਚੋਂ ਨਿਕਲ ਸਕਦੇ ਸੀ ਤੇ ਵਾਪਸ ਆ ਸਕਦੇ ਸੀ, ਕਿ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸੀ ਜਾ ਸਕਦੇ? ਸੋ ਉਹਨਾਂ ਨੂੰ ਜਿਹੜਾ ਉਹ ਘੋੜੇ ਵੱਢ ਖਾਧੇ ਜਾਂ ਉਹਨਾਂ ਨੇ ਇਹ ਕੀਤਾ ਉਹ ਕੀਤਾ, ਇਹੋ ਜਿਹੀਆਂ ਕਹਾਣੀਆਂ ਕਿੱਥੋਂ ਜੁੜੀਆਂ ਨਾਲ? ਗੱਲ ਇਹ ਹੈ, ਬੰਦਾ ਸਿੰਘ ਬਹਾਦਰ ਨਾਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਰਾਣਾ ਜੀ, ਕਿ ਸਭ ਤੋਂ ਜ਼ਿਆਦਾ ਬੇਇਨਸਾਫੀ ਕੀਤੀ ਗਈ ਹੈ ਜੀ। ਸਿੱਖਾਂ ਦੀ ਹਿਸਟਰੀ ਵਿੱਚ ਇਹ ਹਮੇਸ਼ਾ ਤੁਹਾਨੂੰ ਇਸ ਤਰ੍ਹਾਂ ਦੀਆਂ ਕਈ ਗੱਲਾਂ ਮਿਲਣਗੀਆਂ, ਉਸ ਤੋਂ ਬਾਅਦ ਵੀ ਅੱਜ ਤੱਕ ਮਿਲਣਗੀਆਂ, ਜਿਨ੍ਹਾਂ ਨੇ ਸਿੱਖ ਕੌਮ ਦੀ ਸੇਵਾ ਕੀਤੀ ਹੈ, ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਵੈਸਟਡ ਇੰਟਰਸਟ ਨੇ। ਹੁਣ ਬੰਦਾ ਸਿੰਘ ਬਹਾਦਰ ਦਾ ਤੱਥ ਤੇ ਬੰਦਈ ਦਾ ਤੁਹਾਨੂੰ ਦੱਸਾਂ, 1716 ਦੀ 9 ਜੂਨ ਨੂੰ ਜੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ। 1716 ਤੋਂ 23 ਤੱਕ ਕੋਈ ਬੰਦਾਈ ਖਾਲਸਾ, ਤੱਤ ਖਾਲਸਾ ਦਾ ਲਫ਼ਜ਼ ਹੀ ਨਹੀਂ ਆਉਂਦਾ ਸਾਰੀ ਹਿਸਟਰੀ ਵਿੱਚ। ਸਿਰਫ ਗੁਰੂ ਸਾਹਿਬਾਂ ਦੇ ਜੋਤੀ ਜੋ ਸਮਾਉਣ ਤੋਂ 8 ਸਾਲ ਬਾਅਦ ਤੱਕ ਬੰਦਾ ਬਹਾਦਰ ਰਹੇ ਨੇ। ਹਾਂਜੀ ਜੀ। ਤੋਂ 5 ਅਕਤੂਬਰ ਨੂੰ ਬੰਦਾ ਸਿੰਘ ਬਹਾਦਰ 1708 ਨੂੰ ਚੱਲਦਾ ਹੈ ਜੀ, ਤੇ 9 ਜੂਨ 1716 ਨੂੰ ਉਹਦੀ ਸ਼ਹੀਦੀ ਹੁੰਦੀ ਹੈ। ਦਸੰਬਰ ਦੀ 7 ਦਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜੀ 'ਚ ਉਸ ਨੂੰ ਫੜਿਆ ਜਾਂਦਾ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਹੋ ਰਿਹਾ, ਦੇਖੋ ਬੰਦਾ ਸਿੰਘ ਬਹਾਦਰ ਜਿਹੜਾ ਹੈ, ਉਸ ਦੇ ਬਾਰੇ ਵਿੱਚ ਕਮ ਸੇ ਕਮ 15 ਫਾਰਸੀ ਦੀਆਂ ਕਿਤਾਬਾਂ ਹਨ ਜੀ। ਮੈਂ ਆਪਣੀ ਕਿਤਾਬ 'ਚ ਸਾਰੀਆਂ ਕੋਟ ਕੀਤੀਆਂ ਨੇ। ਉਹਨਾਂ 15 ਕਿਤਾਬਾਂ ਵਿੱਚ ਕਿਸੇ ਥਾਂ ਤੇ ਵੀ ਤੱਤ ਖਾਲਸਾ ਬੰਦਈ ਖਾਲਸਾ ਦੀ ਗੱਲ ਨਹੀਂ ਹੈ ਜੀ। ਇਸ ਤੋਂ ਵੀ ਵੱਡਾ ਐਵੀਡੈਂਸ ਦੇਖੋ, ਅਖਬਾਰਾਤੇ ਦਰਬਾਰੇ ਮੁਅੱਲਾ ਜੀ, ਅੱਜ ਕੱਲ੍ਹ ਸਾਡੇ ਕੋਲ ਉਹ ਅੰਗਰੇਜ਼ੀ 'ਚ ਵੀ ਮਿਲ ਜਾਂਦੀ ਹੈ ਤੇ ਫਾਰਸੀ 'ਚ ਤਾਂ ਹੈ ਹੀ ਹੈ ਜੀ, ਔਰ ਪੰਜਾਬੀ 'ਚ ਵੀ ਟਰਾਂਸਲੇਟ ਜਿਹੜੀ ਹੈ ਉਹ ਕਿਸੇ ਜ਼ਮਾਨੇ 'ਚ ਉਹਦਾ ਕੁਝ ਪੋਰਸ਼ਨ ਕੀਤਾ ਗਿਆ ਸੀ। ਉਹਦੇ ਵਿੱਚ ਕਿਸੇ ਥਾਂ ਤੇ ਨਹੀਂ ਜ਼ਿਕਰ ਆਉਂਦਾ ਕਿ ਤੱਤ ਖਾਲਸਾ ਬੰਦਈ ਖਾਲਸਾ ਚੀਜ਼ ਸੀ, ਜਾਂ ਵਿਨੋਦ ਸਿੰਘ ਤੱਕ ਦਾ ਵੀ ਜ਼ਿਕਰ ਨਹੀਂ ਹੈ। ਇੱਕ ਬਾਜ ਸਿੰਘ ਦਾ ਜ਼ਿਕਰ ਹੈ, ਉਸ ਨੂੰ ਇਹ ਜਾਣ ਕੇ ਨਹੀਂ ਦੱਸਦੇ ਜਿਹੜੇ ਇਸ ਕਹਾਣੀ ਨੂੰ ਝੂਠ ਨੂੰ ਪ੍ਰਚਾਰਨਾ ਚਾਹੁੰਦੇ ਨਾ। ਬਾਜ ਸਿੰਘ ਬੰਦਾ ਸਿੰਘ ਤੋਂ ਜੁਦਾ ਹੋਇਆ ਹੈ, ਔਰ ਕਿਉਂ ਜੁਦਾ ਹੋਇਆ ਹੈ? ਇਹ ਉਹਨਾਂ ਦੀ ਪਲਾਨਿੰਗ ਸੀ, ਸਟ੍ਰੈਟਜੀ ਸੀ ਕਿ ਮੁਗਲ ਫੌਜਾਂ ਨੂੰ 2 ਹਿੱਸਿਆਂ 'ਚ ਵੰਡ ਦਿਓ ਜੀ, ਔਰ ਬਾਜ ਸਿੰਘ ਲੜਦਾ ਰਿਹਾ। ਜਿਹੜੀ ਗੱਲ ਵੀ ਜੇ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਨਿਕਲਣ ਦੀ ਗੱਲ ਹੈ, ਜੇ ਨਿਕਲਣਾ ਸੀ ਤੇ ਇਹ ਫਾਰਸੀ ਸੋਮੇ ਦੱਸਦੇ ਆ ਵੀ ਜਦੋਂ ਉੱਥੇ ਕੁੱਤਾ ਜਾਂ ਬਿੱਲੀ ਵੀ ਨਿਕਲਦੀ ਸੀ ਤੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਸੀ, ਤੀਰ ਮਾਰ ਕੇ ਮਾਰ ਦਿੰਦੇ ਸੀ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਇਹ ਭਰ ਦਿੱਤਾ ਗਿਆ ਸੀਗਾ ਕਿ ਬੰਦਾ ਸਿੰਘ ਕੋਲ ਜਾਦੂ ਹੈ ਤੇ ਜਾਦੂ ਨਾਲ ਬਿੱਲੀ ਤੇ ਕੁੱਤਾ ਬਣ ਕੇ ਨਾ ਨਿਕਲ ਜਾਵੇ। ਸੋ ਇਸ ਕਰਕੇ ਉੱਥੋਂ ਨਿਕਲਣ ਦੀ ਗੱਲ ਜਿਹੜੀ ਹੈ ਉਹ ਗੱਲ ਬਿਲਕੁਲ ਗਲਤ ਹੈ, ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ। 1723 ਵਿੱਚ ਦਰਬਾਰ ਸਾਹਿਬ ਦੇ ਉੱਪਰ ਕਬਜ਼ੇ ਦੀ ਗੱਲ ਚੱਲਦੀ ਹੈ ਜੀ, ਤੇ ਉਦੋਂ 2 ਜਣਿਆਂ 'ਚ ਝਗੜਾ ਹੋਇਆ ਹੈ। ਇੱਕ ਅਮਰ ਸਿੰਘ ਜਿਹੜਾ ਬੰਦਾ ਸਿੰਘ ਬਹਾਦਰ ਦਾ ਸਾਥੀ ਸੀ, ਇਹ ਰਘੂਪਤ ਰਾਏ ਨਿੱਜਰ ਕੰਬੋਜ ਖੇਮ ਕਰਨ ਵਾਲੇ ਦਾ ਬੇਟਾ ਸੀਗਾ। ਇਹ ਫੌਜ ਦਾ ਜਰਨੈਲ ਸੀ। ਬੰਦਾ ਸਿੰਘ ਤੋਂ ਬਾਅਦ ਇਹ ਐਕਚੁਅਲੀ ਫੜਿਆ ਨਹੀਂ ਸੀ ਜਾ ਸਕਿਆ, ਤੇ ਇਹ ਉਸਨੇ ਆ ਕੇ ਜਿਹੜਾ ਝੰਡਾ ਬੁੰਗਾ ਹੈ ਉੱਥੇ ਕਾਬਜ਼ ਹੋ ਗਿਆ। ਝੰਡਾ ਬੁੰਗਾ ਦੀ ਤੁਹਾਨੂੰ ਬੜੀ ਇੰਟਰਸਟਿੰਗ ਹਿਸਟਰੀ ਦੱਸਾਂ, ਜਿਹੜੇ ਸਿੱਖ ਹਿਸਟਰੀ 'ਚ ਬਿਲਕੁਲ ਹੀ ਜਿਸ ਨੇ ਨਕਸ਼ਾ ਬਦਲ ਦਿੱਤਾ ਹੈ। ਝੰਡਾ ਬੁੰਗਾ ਉਹ ਹੈ ਜਿੱਥੇ 2 ਝੰਡੇ ਖੜੇ ਆ, ਜਿਨ੍ਹਾਂ ਨੂੰ ਇਹਨਾਂ ਨੇ ਮੀਰੀ ਪੀਰੀ ਤੇ ਝੰਡੇ ਦਾ ਨਾਂ ਦੇ ਦਿੱਤਾ ਹੈ ਨਹੀਂ ਕੋਈ ਜੀ। ਇੱਥੇ ਇਹ ਸੀਗਾ ਸੰਤੋਖ ਦਾਸ ਉਦਾਸੀ ਦਾ
ਜਿਹੜਾ ਬੁੰਗਾ ਸੀ ਉਹਨੇ ਇੱਕ ਝੰਡਾ ਖੜਾ ਕੀਤਾ ਸੀ ਉਦਾਸੀਆਂ ਦਾ ਜੀ ਉਹ ਭਗਵਾ ਝੰਡਾ ਸੀਗਾ। ਜਦੋਂ ਕੰਵਰ ਨਿਹਾਲ ਸਿੰਘ ਆਇਆ ਇੱਕ ਵਾਰੀ ਇੱਥੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤੇ ਉਹ ਇੱਕ ਝੰਡਾ ਡਿੱਗ ਪਿਆ ਜਦੋਂ ਤੇ ਕੰਵਰ ਨਿਹਾਲ ਸਿੰਘ ਨੇ ਉਸ ਦੀ ਥਾਂ ਤੇ ਨਵਾਂ ਝੰਡਾ ਖੜਾ ਕਰ ਦਿੱਤਾ ਤੇ ਨਾਲ ਉਹਨੇ ਕਿਹਾ ਸ਼ਰਧਾਂਜਲੀ ਉਦੋਂ ਲਓ ਜੀ ਬਾਬਾ ਜੀ ਤੁਹਾਡੇ ਵਾਸਤੇ ਇੱਕ ਹੋਰ ਝੰਡਾ ਖੜਾ ਕਰ ਦੇਣ। ਇਹ ਉਦਾਸੀਆਂ ਦੇ ਝੰਡੇ ਆ। ਸਿੱਖਾਂ ਦੇ ਝੰਡੇ ਦਾ ਰੰਗ ਤਾਂ ਨੀਲਾ ਹੁੰਦਾ ਸੀਗਾ ਜਿਹੜਾ ਨਿਹੰਗ ਸਿੰਘਾਂ ਨੇ ਅਜੇ ਤੱਕ ਵੀ ਉਹਨਾਂ ਦੇ ਗੁਰਦੁਆਰਿਆਂ ਤੇ ਉਹਨਾਂ ਦੇ ਫੌਜਾਂ ਕੋਲ ਨੀਲੇ ਰੰਗ ਦਾ ਝੰਡਾ ਹੈ। ਅਸੀਂ ਤਾਂ ਗੁਰਦੁਆਰੇ ਦੇ ਉੱਤੇ ਉਦਾਸੀਆਂ ਦਾ ਤੇ ਰਾਜਪੂਤਾਂ ਦੇ ਝੰਡੇ ਫੈਲਾ ਰਹੇ ਹਾਂ। ਖੈਰ ਗੱਲ ਕਰ ਰਹੇ ਹਾਂ 1723 ਵਿੱਚ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਬੰਦਈ ਜਿਹੜਾ ਅਮਰ ਸਿੰਘ ਹੈ ਉਹ ਕਹਿੰਦਾ ਸੀ ਕਬਜ਼ਾ ਮੈਨੂੰ ਦਿਓ ਤੇ ਇਹ ਜਿਹੜੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਤ੍ਰੇਹਨ ਗੁਰੂ ਅੰਗਦ ਸਾਹਿਬ ਦਾ ਖਾਨਦਾਨ ਭੱਲੇ ਗੁਰੂ ਅਮਰਦਾਸ ਸਾਹਿਬ ਦਾ ਖਾਨਦਾਨ ਇਹ ਆਪਣੇ ਨੂੰ ਸਾਹਿਬਜ਼ਾਦੇ ਕਹਿੰਦੇ ਸੀ ਵੀ ਗੁਰੂਆਂ ਦੇ ਬੱਚੇ ਆ ਤੇ ਸਾਹਿਬਜ਼ਾਦੇ ਹਾਲਾਂਕਿ ਉਹਨਾਂ ਦੇ ਪੋਤੇ ਸੀਗੇ ਪਰ ਸਾਹਿਬਜ਼ਾਦੇ ਦਾ ਕਨਸੈਪਟ ਕੋਈ ਨਹੀਂ ਗਾ ਸਿੱਖੀ 'ਚ। ਤਾਂ ਇਹਨਾਂ ਨੇ ਕਿਹਾ ਵੀ ਕੰਟਰੋਲ ਸਾਡੇ ਕੋਲ ਰਹਿਣਾ ਚਾਹੀਦਾ। ਆਪਸ ਵਿੱਚ ਝਗੜਾ ਹੋਇਆ। ਝਗੜੇ ਦੀ ਖਬਰ ਜਿਹੜੀ ਹੈ ਉਹ ਮਾਤਾ ਸਾਹਿਬ ਕੌਰ ਨੂੰ ਪਹੁੰਚੀ। ਉਹਨਾਂ ਨੇ ਭਾਈ ਮਨੀ ਸਿੰਘ ਨੂੰ ਚਿੱਠੀ ਲਿਖੀ। ਭਾਈ ਮਨੀ ਸਿੰਘ ਹੋਰੀ ਇੰਚਾਰਜ ਸੀਗੇ ਸ਼ਹਿਰ ਦੇ। ਕੋਈ ਜਥੇਦਾਰ ਅਕਾਲ ਤਖਤ ਦਾ ਤਾਂ ਕਨਸੈਪਟ ਹੈ ਹੀ ਨਹੀਂ ਸੀਗਾ। ਇਹ ਵੀ ਅਸੀਂ 1920 'ਚ ਖੜਾ ਕੀਤਾ। ਅਸਲ 'ਚ ਤੇ 26 ਜਨਵਰੀ 1986 ਤੋਂ ਅਕਾਲ ਤਖਤ ਦਾ ਜਥੇਦਾਰ ਦਾ ਅਸਲ ਮਸਲਾ ਸ਼ੁਰੂ ਹੋਇਆ। ਪਹਿਲਾਂ ਕੋਈ ਨਾਂ ਨਿਸ਼ਾਨ ਨਹੀਂ ਸੀਗਾ ਜੀ। ਸੋ ਜਦੋਂ ਭਾਈ ਜਸਬੀਰ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰਾਉਣ ਲਈ ਬਹਾਨਾ ਲਾਇਆ ਗਿਆ ਨਾ ਇਹ ਭਾਈ ਮਨੀ ਸਿੰਘ ਨੇ ਝਗੜਾ ਖਤਮ ਕਰਨ ਲਈ ਨਾ ਇਹ ਅਕਾਲ ਪੁਰਖੀਆਂ ਇਹ ਆਪਣੇ ਨੂੰ ਅਕਾਲ ਪੁਰਖੀ ਸਾਹਿਬਜ਼ਾਦੇ ਕਹਿੰਦੇ ਸੀ ਉਹ ਆਪਣੇ ਆਪ ਨੂੰ ਬੰਦਾ ਸਿੰਘ ਦੇ ਸਾਥੀ ਕਹਿੰਦੇ ਸਨ। ਤੇ ਇੱਥੋਂ ਲਫ਼ਜ਼ ਜਿਹੜਾ ਬੰਦਈ ਤੇ ਜਿਹੜਾ ਤਤ ਖਾਲਸਾ ਦਾ ਇਹ ਵੀ ਸ਼ੁਰੂ ਬਹੁਤ ਉਸ ਤੋਂ ਬਾਅਦ ਸ਼ੁਰੂ ਹੋਇਆ। ਸਰੂਪ ਦਾਸ ਭੱਲਾ ਨੇ ਮਹਿਮਾ ਪ੍ਰਕਾਸ਼ ਸ਼ੁਰੂ ਕੀਤਾ। ਹੁਣ ਆਪਾਂ ਜੇ ਆਪਾਂ ਅੰਗਰੇਜ਼ਾਂ ਦੀ ਗੱਲ ਕਰੀਏ ਈਸਟ ਇੰਡੀਆ ਕੰਪਨੀ ਤਕਰੀਬਨ 1606 ਦੇ ਵਿੱਚ ਭਾਰਤ ਆਈ ਹੈ ਔਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਨੇ। ਤਕਰੀਬਨ ਉਹ 100 ਸਾਲ ਦਾ ਸਮਾਂ ਬਣਦਾ। ਸੋ ਗੁਰੂ ਸਾਹਿਬਾਂ ਦੇ ਅੰਗਰੇਜ਼ਾਂ ਦੇ ਨਾਲ ਜਾਂ ਫਿਰ ਅੰਗਰੇਜ਼ਾਂ ਦੇ ਗੁਰੂ ਸਾਹਿਬਾਂ ਨਾਲ ਕੀ ਸੰਬੰਧ ਸੀ ਜਾਂ ਫਿਰ ਜਿਹੜੇ ਡਾਕਟਰਾਂ ਦੀ ਗੱਲ ਚੱਲਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਠਾਨ ਨੇ ਛੁਰਾ ਮਾਰਿਆ ਉਦੋਂ ਵੀ ਕਿਸੇ ਅੰਗਰੇਜ਼ ਡਾਕਟਰ ਨੇ ਇਲਾਜ ਕੀਤਾ। ਸੋ ਇਸ ਬਾਰੇ ਇਤਿਹਾਸ ਚੁੱਪ ਕਿਉਂ ਆ? ਕਿ ਤੁਸੀਂ ਕੁਛ ਇਹਦੇ ਬਾਰੇ ਪੜਤਾਲ ਕੀਤੀ? ਇਸ ਤਰ੍ਹਾਂ ਵੀ ਜਿਹੜੀ ਇਹ ਗੱਲ ਗੱਪ ਜਿਹੜੀ ਹੈ ਇਹ ਸ਼ਾਮਿਲ ਕੀਤੀ ਗਈ ਹੈ ਮੁਗਲਾਂ ਨੇ ਜੀ। ਉਹਨਾਂ ਨੇ ਇਹ ਸਾਬਿਤ ਕਰਨ ਲਈ ਵੀ ਨਾ ਤਾਂ ਇਹਦੇ 'ਚ ਬਹਾਦਰ ਸ਼ਾਹ ਦਾ ਕੋਈ ਹੱਥ ਸੀ ਤੇ ਨਾ ਵਜ਼ੀਰ ਖਾਨ ਸਰਹੰਦ ਵਾਲੇ ਦਾ ਹੱਥ ਸੀ ਵੀ ਗੁਰੂ ਸਾਹਿਬ ਤੇ ਹਮਲਾ ਕੀਤਾ ਤੇ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਜੀ। ਇਹ ਸਾਬਿਤ ਕਰਨਾ ਚਾਹੁੰਦੇ ਸੀ ਗੁਰੂ ਸਾਹਿਬ ਨੇ ਤੀਰ ਖਿੱਚਿਆ ਤੇ ਆਪਣੀ ਮੌਤ ਆਪ ਉਹਨਾਂ ਨੇ ਸਹੇੜੀ ਹੈ। ਜਿੱਥੋਂ ਤੱਕ ਤਾਂ ਗੱਲ ਹੈ ਵੀ ਬਹਾਦਰ ਸ਼ਾਹ ਦੇ ਨਾਲ ਸੰਬੰਧਾਂ ਦੀ ਗੱਲ ਹੈ ਗੁਰੂ ਸਾਹਿਬ ਬਹਾਦਰ ਸ਼ਾਹ ਦੇ ਨਾਲ ਜਾ ਰਹੇ ਨੇ ਦੱਖਣ ਵੱਲ ਜਿੱਥੇ ਕਾਮ ਬਖਸ਼ ਬਹਾਦਰ ਸ਼ਾਹ ਦੇ ਭਰਾ ਨੇ ਬਗਾਵਤ ਕੀਤੀ ਹੋਈ ਸੀ। ਉੱਥੇ ਜਾਂਦਿਆਂ ਰਸਤੇ 'ਚ ਬੁਰਹਾਨਪੁਰ ਆਉਂਦਾ ਹੈ। ਬੁਰਹਾਨਪੁਰ ਉਹ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਕੁੜਮਰੀਨ ਦੇ ਸੀਗੇ ਭਾਈ ਜੇਠਾ ਸਿੰਘ ਤੇ ਉੱਥੇ ਅਜੇ ਵੀ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ। ਬੁਰਹਾਨਪੁਰ ਵਿੱਚ ਹੜ੍ਹ ਆਇਆ ਸੀ ਤਾਪਤੀ ਨਦੀ ਵਿੱਚ। ਸੋ ਉਹ ਨਦੀ ਵਿੱਚ ਹੜ੍ਹ ਆਇਆ ਹੋਣ ਕਰਕੇ ਉੱਥੇ ਬਹਾਦਰ ਸ਼ਾਹ ਵੀ ਠਹਿਰ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਠਹਿਰ ਗਏ ਨੇ। ਕੁਝ ਦਿਨ ਹੜ੍ਹ ਜਦੋਂ ਸਬਸਿਡਾਈ ਹੋਇਆ ਉਹ ਪਾਰ ਕਰਕੇ ਇੱਥੇ ਆ ਕੇ ਵਜ਼ੀਰ ਖਾਨ ਦੇ 2 ਬੰਦੇ ਆਏ ਆ ਜਿਹੜੇ ਬਹਾਦਰ ਸ਼ਾਹ ਨੂੰ ਮਿਲੇ ਆ। ਗੁਰੂ ਸਾਹਿਬ ਦੇ ਨਾਲ ਤਾਂ ਬਹਾਦਰ ਸ਼ਾਹ ਦੀ ਗੱਲ ਇਹ ਸੀ ਵੀ ਉਹ ਜਿਹੜੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਜਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸਜ਼ਾ ਦੇਣੀ ਹੈ। ਤੇ ਇੱਥੇ ਜਦੋਂ ਉਹਨੂੰ 10 ਲੱਖ ਟਕਾ ਜਿਹੜਾ ਇਹ ਮੁਸਲਮਾਨਾਂ ਦੇ ਸੋਰਸਿਸ ਦੱਸਦੇ ਆ ਫਾਰਸੀ ਸੋਮੇ ਦੱਸਦੇ ਆ ਵੀ 10 ਲੱਖ ਟਕਾ ਜਿਹੜਾ ਉਹ ਵਜ਼ੀਰ ਖਾਨ ਦਾ ਭੇਜਿਆ ਹੋਇਆ ਅਫਗਾਨ ਸਿਪਾਹੀਆਂ ਨੇ ਬਹਾਦਰ ਸ਼ਾਹ ਨੂੰ ਦਿੱਤਾ। ਇਸ ਤੋਂ ਬਾਅਦ ਬਹਾਦਰ ਸ਼ਾਹ ਦੀ ਨੀਅਤ ਬਦਲ ਗਈ ਹੈ। ਦਰਿਆ ਪਾਰ ਕਰਕੇ ਨੇ ਜਦੋਂ ਥੋੜ੍ਹੇ ਜਿਹੇ ਅੱਗੇ ਗਏ ਤੇ ਬਾਲਾਪੁਰ ਵਿੱਚ ਆਖਰੀ ਇਹਨਾਂ ਦੀ ਮੀਟਿੰਗ ਹੋਈ ਗੁਰੂ ਸਾਹਿਬ ਤੇ ਬਹਾਦਰ ਸ਼ਾਹ ਦੀ। ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਨਹੀਂ ਹਟਦਾ ਇਹ ਕੋਈ ਬਦਲ ਗਿਆ ਤਾਂ ਉਹ ਅੱਗੇ ਨਿਕਲ ਗਿਆ ਬਾਣ ਗੰਗਾ ਨਦੀ ਨੂੰ ਪਾਰ ਕਰਕੇ ਉਹ ਚਲਾ ਗਿਆ ਦੱਖਣ ਵੱਲ ਤੇ ਗੁਰੂ ਸਾਹਿਬ ਉੱਥੇ ਰੁਕ ਗਏ ਨੇ ਨੰਦੇੜ ਵਿੱਚ। ਬੰਦਾ ਸਿੰਘ ਬਹਾਦਰ ਕੋਲ ਗਏ ਨੇ। 5 ਅਕਤੂਬਰ ਨੂੰ ਬੰਦਾ ਸਿੰਘ ਨੂੰ ਉਹਨਾਂ ਨੇ ਭੇਜਿਆ ਪੰਜਾਬ ਜਿਹੜਾ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਜ਼ਾਲਮਾਂ ਨੂੰ ਸਜ਼ਾ ਦੇਣ ਵਾਸਤੇ। ਤੇ ਉਸੇ ਦਿਨ ਸ਼ਾਮ ਨੂੰ ਹਮਲਾ ਹੋਇਆ ਗੁਰੂ ਸਾਹਿਬ ਤੇ ਜਮਸ਼ੇਦ ਖਾਨ ਤੇ ਗੁਲ ਬੇਗਮ ਜਮਸ਼ੇਦ ਬੇਗਮ ਤੇ ਗੁਲ ਖਾਨ ਨੇ ਹਮਲਾ ਕੀਤਾ। ਜਮਸ਼ੇਦ ਖਾਨ ਨੂੰ ਗੁਰੂ ਸਾਹਿਬ ਨੇ ਉਸੇ ਵੇਲੇ ਮਾਰ ਦਿੱਤਾ। 3 ਵਾਰ ਕੀਤੇ ਉਹਨੇ ਛੁਰੇ ਦੇ ਤੇ ਉਸ ਤੋਂ ਬਾਅਦ ਗੁਲ ਖਾਨ ਨੂੰ ਜਿਹੜਾ ਬਾਹਰ ਨਿਕਲੇ ਉਹਨੂੰ ਸਿੰਘਾਂ ਨੇ ਮਾਰ ਦਿੱਤਾ ਜੀ। ਉਹ ਤੁਸੀਂ ਦੇਖੋ ਵੀ ਜੇਕਰ ਬਹਾਦਰ ਸ਼ਾਹ ਤਾਂ ਕਿੰਨੀ ਦੂਰ ਨਿਕਲ ਚੁੱਕਾ ਹੈ। ਉਸ ਤੋਂ ਬਾਅਦ ਉਹਨੂੰ ਕਿੱਥੋਂ ਪਤਾ ਲੱਗਿਆ ਹੈਗਾ ਕੋਈ ਹੈਲੀਕਾਪਟਰ ਤੇ ਉਹਨੂੰ ਇਨਫੋਰਮੇਸ਼ਨ ਦੇ ਚੱਲ ਗਿਆ ਸੀ ਜੇ ਟੈਲੀਫੋਨ ਸੀਗੇ ਕੋਈ ਖਬਰ ਨਹੀਂ ਉਹਨੂੰ ਮਿਲੀ ਨਾ ਹੀ ਅੰਗਰੇਜ਼ਾਂ ਦੇ ਉੱਥੇ ਡਾਕਟਰ ਫਿਰਦਾ ਸੀ ਜਿਸ ਕੋਲ ਦਾ ਨਾਂ ਇਹਨਾਂ ਨੇ ਮੁਗਲਾਂ ਨੇ ਦਿੱਤਾ ਗੁਰੂ ਸਾਹਿਬ ਦੀ ਸ਼ਹੀਦੀ ਦੀ ਜ਼ਿੰਮੇਵਾਰੀ ਇਹ ਤੋਂ ਟਾਲ। ਫਿਰ ਦੇਖੋ 28 ਅਕਤੂਬਰ 1708
ਦਾ ਦਿਨ ਜੀ ਉਸ ਤੋਂ ਸਿਰਫ 5 ਦਿਨ ਬਾਅਦ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬ ਤੇ ਅਟੈਕ ਤੋਂ ਬਾਅਦ ਜਮਸ਼ੇਦ ਖਾਨ ਦੇ ਪੁੱਤਰ ਨੂੰ ਬਹਾਦਰ ਸ਼ਾਹ ਨੇ ਖਿਲਤ ਦਿੱਤੀ ਹੈ ਵੀ ਤੇਰੇ ਬਾਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਰਿਆ ਹੈ। ਤੇ 30 ਅਕਤੂਬਰ ਨੂੰ ਦੇਣ ਡਿਆ ਅਜੀਤ ਸਿੰਘ ਪਾਲਤ ਨੂੰ ਗੁਰੂ ਸਾਹਿਬ ਦੇ ਨੂੰ, ਯਾਨੀ ਕਿ ਉਹਨੂੰ ਪਤਾ ਹੈ ਵੀ ਜਮਸ਼ੇਦ ਖਾਨ ਜਿਹੜਾ ਉਹ ਗੁਰੂ ਸਾਹਿਬ ਤੇ ਅਟੈਕ ਕਰਕੇ ਆਇਆ ਹੈ ਜੀ। ਇਹਦਾ ਮਤਲਬ ਉਹਨੂੰ ਪਤਾ ਇਸ ਕਰਕੇ ਵੀ ਉਹਨੇ ਭੇਜਿਆ ਜਾਂ ਉਹਦੀ ਕੰਸੈਂਟ ਨਾਲ ਗਿਆ, ਵਜ਼ੀਰ ਖਾਨ ਦਾ ਭੇਜਿਆ ਤੇ ਬਾਦਸ਼ਾਹ ਦੀ ਥਾਪੀ ਨਾਲ ਗਿਆ। ਇਸ ਗੱਲ ਨੂੰ ਉਹਨਾਂ ਨੇ ਲੁਕਾਉਣ ਲਈ ਮੁਗਲਾਂ ਨੇ ਇਹ ਕਹਿਤਾ ਵੀ ਬਾਦਸ਼ਾਹ ਨੇ ਤਾਂ ਗੁਰੂ ਸਾਹਿਬ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਗੁਰੂ ਸਾਹਿਬ ਨੇ ਤਾਂ ਆਪ ਤੀਰ ਖਿੱਚ ਕੇ ਆਪਣੀ ਜਾਨ ਆਪੇ ਦਿੱਤੀ ਹੈ। ਸੋ ਇਹ ਗੁਰੂ ਸਾਹਿਬ ਦੇ ਨਾਲ ਬੜੀ ਵੱਡੀ ਜ਼ਿਆਦਤੀ ਹੈ ਕਿ ਉਹਨਾਂ ਦੀ ਇਹ ਸ਼ਹਾਦਤ ਨੂੰ ਜਿਹੜਾ ਹੈ ਉਹ ਇੱਕ ਖੁਦਕਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਕੀ ਗੁਰੂ ਸਾਹਿਬਾਂ ਦੇ ਅੰਗਰੇਜ਼ਾਂ ਦੇ ਨਾਲ ਥੋੜੀ ਬਹੁਤੀ ਕੋਈ ਰਾਬਤਾ ਸੀ ਉਹਨਾਂ ਸਮੇਂ ਦੇ ਵਿੱਚ, ਜਾਂ ਫਿਰ ਅੰਗਰੇਜ਼ ਉਦੋਂ ਸਿਰਫ ਐਜ਼ ਏ ਵਪਾਰੀ ਤੌਰ ਦੇ ਉੱਪਰ ਭਾਰਤ ਦੇ ਵਿੱਚ ਸਥਾਪਿਤ ਸੀ, ਜਾਂ ਫਿਰ ਉਹ ਸੱਤਾ ਤੇ ਆਉਣ ਵੱਲ ਵੀ ਉਹ ਵੱਧ ਚੁੱਕੇ ਸੀ? ਦੇਖੋ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਨੇ ਆ ਕੇ ਤੇ ਬੰਗਾਲ ਤੇ ਬਿਹਾਰ ਵਾਲੀ ਸਾਈਡ ਵੱਲ ਤੇ ਕੁਝ ਸੂਰਤ ਤੱਕ ਇਸ ਬੈਲਟ ਵਿੱਚ ਉਹਨਾਂ ਨੇ ਸਮੁੰਦਰ ਦੇ ਕੰਢੇ ਤੇ ਆਪਣਾ ਜਿਹੜਾ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ। ਆਏ ਉਹ ਵਪਾਰੀ ਦੇ ਤੌਰ ਤੇ ਸਨ, ਫਿਰ ਹੌਲੀ ਹੌਲੀ ਵੱਧਦੇ ਗਏ ਆ। ਜਿਸਲੇ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਣ ਤੱਕ ਉਹਨਾਂ ਨੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ ਸੀ, ਪਰ ਉਹ ਅਜੇ ਤੱਕ ਦੱਖਣ ਵੱਲ ਵੀ ਨਹੀਂ ਸੀ ਆਏ, ਪੰਜਾਬ ਵੱਲ ਵੀ ਸੀ ਆਏ, ਨਾਰਥ ਵੱਲ ਵੀ ਨਹੀਂ ਸੀ ਆਏ। ਕੋਈ ਗੱਲ ਆਪਸ 'ਚ ਰਾਬਤਾ ਨਹੀਂ ਹੋਇਆ। ਸਭ ਤੋਂ ਪਹਿਲਾ ਜਿਹੜਾ ਰਾਬਤਾ ਹੁੰਦਾ ਹੈ ਉਹ ਮਿਸਲ ਕਾਰ ਵੇਲੇ ਹੁੰਦਾ ਹੈ। ਤੇ ਜੋ ਤੁਸੀਂ ਅੰਗਰੇਜ਼ਾਂ ਦੀਆਂ ਲਿਖਤਾਂ ਪੜ੍ਹੋ, ਸਭ ਤੋਂ ਪੁਰਾਣੀਆਂ ਲਿਸਟਾਂ ਵਿੱਚ ਸਾਡੇ ਕੋਲ ਫੋਸਟਰ ਦੀ ਹੈ ਹਿਸਟਰੀ ਹੈ, ਫਿਰ ਮੈਗਰੈਗਰ ਦੀ ਹੈ। ਇਹਨਾਂ ਸਾਰੀਆਂ ਹਿਸਟਰੀਆਂ ਵਿੱਚ ਜਿਹੜਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਅੰਗਰੇਜ਼ਾਂ ਦਾ ਸਿੱਖਾਂ ਨਾਲ ਰਾਬਤਾ ਜਿਹੜਾ ਸਿੱਖ ਮਿਸਲਾਂ ਵੇਲੇ ਹੋਇਆ ਔਰ ਉਹਨਾਂ ਨੇ ਮਹਿਸੂਸ ਕੀਤਾ ਹੈ ਵੀ ਸਿੱਖ ਵੀ ਜਿਹੜੇ ਨੇ ਉਹ ਨਾਰਥ ਵਿੱਚ ਆਪਣੀ ਤਾਕਤ ਬਣਾ ਰਹੇ ਨੇ, ਇੱਧਰ ਉਹ ਬਣਾ ਰਹੇ ਨੇ। ਤੇ 1747 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਜਿਹੜਾ ਇੱਧਰ ਸਿੱਖਾਂ ਦਾ ਬੋਲਬਾਲਾ ਹੋ ਗਿਆ, ਉੱਧਰ ਜਿਹੜਾ ਅੰਗਰੇਜ਼ਾਂ ਦਾ ਬੋਲਬਾਲਾ ਹੋ ਗਿਆ। ਇਸ ਤਰ੍ਹਾਂ ਗੱਲਾਂ ਬਹੁਤ ਨੇ, ਪਰ ਅੱਜ ਸਮਾਂ ਭਾਵੇਂ ਇਜਾਜ਼ਤ ਨਹੀਂ ਦਿੰਦਾ, ਪਰ ਮੈਂ ਗੁਰਚਰਨ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਵਾਰੀ ਫੇਰ ਦੁਬਾਰਾ ਆਪਾਂ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਇਤਿਹਾਸ ਦੇ ਤੱਥ ਨੇ ਜਿਨ੍ਹਾਂ ਨੂੰ ਸਾਡੀ ਬਹੁਤੀ ਸੰਗਤ ਨੇ ਜਿਹੜਾ ਉਹ ਢਾਡੀਆਂ ਦੇ ਜਾਂ ਫਿਰ ਕਵੀਸ਼ਰਾਂ ਦੇ ਮੂੰਹੋਂ ਸੁਣਿਆ, ਔਰ ਉਹਨਾਂ ਨੇ ਸੁਣੀਆਂ ਸੁਣਾਈਆਂ ਕਹਾਣੀਆਂ ਜਿਹੜੀਆਂ ਸੀਗੀਆਂ, ਜਿਹੜੀਆਂ ਉਹਨਾਂ ਦੇ ਉਸਤਾਦ ਨੂੰ ਸੁਣੀਆਂ ਸੀ ਜਾਂ ਫਿਰ ਉਹਨਾਂ ਦੇ ਉਸਤਾਦ ਨੇ ਉਹਨਾਂ ਨੂੰ ਸੁਣਾਈਆਂ ਸੀ, ਉਹ ਕਹਾਣੀਆਂ ਹੀ ਅਸੀਂ ਸੁਣਦੇ ਆਏ ਹਾਂ। ਸੋ ਕੁਝ ਜਿਹੜੇ ਇਤਿਹਾਸਿਕ ਪੱਖ ਨੇ ਉਹ ਅਣਗੌਲੇ ਨੇ, ਆਪਾਂ ਉਹਨਾਂ 'ਤੇ ਡਿਸਕਸ ਕਰਾਂਗੇ। ਤੁਸੀਂ ਆਪਣੀ ਜ਼ਬਾਨੀ ਸਿਰਫ 30 ਸੈਕਿੰਡ ਦੇ ਵਿੱਚ ਜਿਹੜਾ ਕਾਨਫਰੰਸ ਹੋ ਰਹੀ ਆ 14 ਤਰੀਕ ਨੂੰ, ਉਹਦੇ ਬਾਰੇ ਮਾੜਾ ਜਾਣਨਾ ਪਾ ਦਿਓ। ਸੁਰਸਾਗਰ ਟੀਵੀ ਦੇ ਸਰੋਤਾ ਜਿਹਨੂੰ ਆਪ ਸਾਨੂੰ ਅਸੀਂ ਸੱਦਾ ਦਿੰਦੇ ਹਾਂ, ਡਾਕਟਰ ਹਰਜਿੰਦਰ ਸਿੰਘ ਦਲਗੀਰ, ਪ੍ਰੋਫੈਸਰ ਇੰਦਰ ਸਿੰਘ ਘੱਗਾ, ਇਹ ਸਾਨੂੰ ਕੱਲ੍ਹ ਆਉਣ ਵਾਲੇ ਐਤਵਾਰ 14 ਸਤੰਬਰ ਨੈਸ਼ਨਲ ਬੈਂਕਟ ਹਾਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ 10 ਗੁਰਾਂ ਦੀ ਪਰਖ ਬਾਰੇ ਦੱਸਣਗੇ। ਤੇ ਜਿਹੜੇ ਵੀ ਸੱਜਣ ਪਹੁੰਚ ਸਕਦੇ ਆ ਉਹ ਜ਼ਰੂਰ ਆਉਣ। ਅਸੀਂ ਸਵੇਰੇ ਨਾਸ਼ਤੇ ਦਾ, ਦੁਪਹਿਰੇ ਲੰਚ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ। ਇਸ ਦੀ ਐਂਟਰੀ ਫੀਸ $25 ਹੈ। ਸੋ ਕਿਰਪਾ ਕਰਕੇ ਜ਼ਰੂਰ ਇਹੋ ਜਿਹੇ ਵਿਦਵਾਨਾਂ ਨੂੰ ਸੁਣਨ ਦਾ ਆਪਣਾ ਫਾਇਦਾ ਉਠਾਓ। ਮੌਕਾ ਖਜ਼ਾਨਾ ਨਾ, ਸਾਡੀ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਜੀ। ਬਹੁਤ ਬਹੁਤ ਧੰਨਵਾਦ ਦਲਗੀਰ ਸਾਹਿਬ, ਤੁਸੀਂ ਇੱਥੇ ਆਏ ਜੀ। ਸੋ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹਾਲੇ ਗੱਲਬਾਤ ਜਿਹੜੀ ਆ ਜੀ ਕਿਉਂਕਿ ਅਧੂਰੀ ਆ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਬੈਠਾਂਗੇ ਜੀ। ਲਈ ਆ ਗਿਆ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।